ਅਗਲਾ ਅੰਕ। ਮੁੰਡਾ ਨਕਲਿਸਤਾਨ ਦੇ ਐਨ ਵਿਚਕਾਰ ਬਣੇ ਵੱਡੇ ਚਿੱਟੇ ਰੰਗ ਦੇ ਤੰਬੂ ਦੇ ਬਾਹਰ ਖੜੇ ਪਹਿਰੇਦਾਰ ਕੋਲ ਗਿਆ। ਮੈਂ ਮੁਖੀਆ ਨੂੰ ਮਿਲਣਾ ਚਾਹੁੰਦਾ ਹਾਂ। ਮੈਂ ਮਾਰੂਥਲ ਵਿੱਚ ਕੁਝ ਨਿਸ਼ਾਨੀਆਂ ਦੇਖੀਆਂ ਹਨ। ਬਿਨਾਂ ਹੁੰਗਾਰਾ ਭਰਿਆ ਹੀ ਪਹਿਰੇਦਾਰ ਤੰਬੂ ਦੇ ਅੰਦਰ ਚਲਾ ਗਿਆ, ਜਿੱਥੋਂ ਉਹ ਕੁਝ ਸਮਾਂ ਬਾਹਰ ਨਾ ਆਇਆ। ਜਦੋਂ ਉਹ ਬਾਹਰ ਆਇਆ ਤਾਂ ਉਹਦੇ ਨਾਲ ਇੱਕ ਅਰਬੀ ਨੌਜਵਾਨ ਵੀ ਸੀ, ਜਿਸਨੇ ਚਿੱਟੇ ਅਤੇ ਸੁਨਹਿਰੀ ਰੰਗ ਦੇ ਕੱਪੜੇ ਪਾਏ ਹੋਏ ਸਨ। ਮੁੰਡੇ ਨੇ ਉਸ ਨੌਜਵਾਨ ਨੂੰ ਦੱਸਿਆ ਕਿ ਉਸਨੇ ਕੀ ਦੇਖਿਆ ਸੀ ਅਤੇ ਉਸ ਨੌਜਵਾਨ ਨੇ ਉਹਨੂੰ ਉੱਥੇ ਹੀ ਉਡੀਕਣ ਲਈ ਕਿਹਾ। ਫਿਰ ਉਹ ਤੰਬੂ ਦੇ ਅੰਦਰ ਚਲਾ ਗਿਆ। ਰਾਤ ਪੈ ਗਈ ਅਤੇ ਬਹੁਤ ਸਾਰੇ ਜੰਗਜੂ ਬੰਦੇ ਅਤੇ ਵਪਾਰੀ ਤੰਬੂ ਵਿੱਚ ਆਉਂਦੇ ਤੇ ਜਾਂਦੇ ਰਹੇ। ਇੱਕ ਇੱਕ ਕਰਕੇ ਬਾਹਰ ਬਲਦੀਆਂ ਹੋਈਆਂ ਸਾਰੀਆਂ ਅੱਗਾਂ ਬੁਝਾ ਦਿੱਤੀਆਂ ਗਈਆਂ ਅਤੇ ਨਕਲਿਸਤਾਨ ਵੀ ਬਿਲਕੁਲ ਮਾਰੂਥਲ ਵਾਂਗ ਹੀ ਚੁੱਪ ਹੋ ਗਿਆ। ਸਿਰਫ ਇਸ ਵੱਡੇ ਤੰਬੂ ਦੀਆਂ ਹੀ ਰੋਸ਼ਨੀਆਂ ਜਗਦੀਆਂ ਰਹੀਆਂ। ਇਸ ਸਾਰੇ ਸਮੇਂ ਦੌਰਾਨ ਮੁੰਡਾ ਫਾਤਮਾ ਬਾਰੇ ਸੋਚਦਾ ਰਿਹਾ ਅਤੇ ਉਸਨੂੰ ਹਜੇ ਤੱਕ ਵੀ ਫਾਤਮਾ ਨਾਲ ਉਹ ਆਪਣੀ ਆਖਰੀ ਗੱਲਬਾਤ ਦੀ ਸਮਝ ਨਹੀਂ ਸੀ ਆ ਰਹੀ। ਆਖਿਰਕਾਰ ਕਈ ਘੰਟਿਆਂ ਦੀ ਉਡੀਕ ਤੋਂ ਬਾਅਦ ਪਹਿਰੇਦਾਰ ਮੁੰਡੇ ਨੂੰ ਅੰਦਰ ਲੈ ਕੇ ਗਿਆ। ਅੰਦਰ ਜੋ ਕੁਝ ਉਸਨੇ ਦੇਖਿਆ ਉਸ ਨਾਲ ਮੁੰਡਾ ਹੈਰਾਨ ਹੀ ਰਹਿ ਗਿਆ। ਉਸਨੇ ਤਾਂ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਕਿ ਮਾਰੂਥਲ ਦੇ ਵਿਚਕਾਰ ਇਸ ਤਰ੍ਹਾਂ ਦਾ ਕੋਈ ਤੰਬੂ ਵੀ ਮੌਜੂਦ ਹੈ। ਜ਼ਮੀਨ 'ਤੇ ਇਸ ਤਰ੍ਹਾਂ ਦੇ ਖੂਬਸੂਰਤ ਗਲੀਸ਼ੇ ਵਿਛੇ ਹੋਏ ਸਨ, ਜਿਹੜੇ ਉਸਨੇ ਅੱਜ ਤੱਕ ਕਦੇ ਵੀ ਨਹੀਂ ਸਨ ਵੇਖੇ। ਤੰਬੂ ਦੀ ਛੱਤ ਦੇ ਨਾਲ ਵੱਡੇ ਵੱਡੇ ਲੈਂਪ ਲਟਕ ਰਹੇ ਸਨ, ਜਿਹੜੇ ਸੋਨੇ ਦੇ ਬਣੇ ਹੋਏ ਸਨ ਅਤੇ ਹਰੇਕ ਵਿੱਚ ਹੀ ਮੋਮਬੱਤੀ ਜਗਾਈ ਹੋਈ ਸੀ। ਕਬੀਲੇ ਦੇ ਮੁਖੀ ਤੰਬੂ ਦੇ ਪਿਛਲੇ ਪਾਸੇ ਅਰਧ ਚੱਕਰ ਬਣਾ ਕੇ ਬੈਠੇ ਸਨ। ਉਹਨਾਂ ਦੇ ਹੇਠਾਂ ਵਧੀਆ ਕਢਾਈ ਵਾਲੇ ਰੇਸ਼ਮ ਦੇ ਤਕੀਏ ਸਨ। ਨੌਕਰ ਚਾਹ ਅਤੇ ਮਸਾਲਿਆਂ ਨਾਲ ਭਰੀਆਂ ਥਾਲੀਆਂ ਲੈ ਕੇ ਆ ਜਾ ਰਹੇ ਸਨ। ਕੁਝ ਹੋਰ ਨੌਕਰ ਹੁੱਕਿਆਂ ਦੀ ਅੱਗ ਮਘਾਉਣ ਵਿੱਚ ਲੱਗੇ ਹੋਏ ਸਨ। ਮਾਹੌਲ ਵਿੱਚ ਤੰਬਾਕੂ ਦੀ ਮਿੱਠੀ ਮਿੱਠੀ ਮਹਿਕ ਫੈਲੀ ਹੋਈ ਸੀ। ਕੁੱਲ 8 ਮੁਖੀ ਸਨ, ਪਰ ਮੁੰਡੇ ਨੇ ਤੁਰੰਤ ਹੀ ਮਹਿਸੂਸ ਕਰ ਲਿਆ ਕਿ ਉਹਨਾਂ ਵਿੱਚੋਂ ਸਭ ਤੋਂ ਅਹਿਮ ਕੌਣ ਸੀ। ਇਹ ਚਿੱਟੇ ਅਤੇ ਸੁਨਹਿਰੀ ਕੱਪੜਿਆਂ ਵਾਲਾ ਅਰਬ ਸੀ, ਜਿਹੜਾ ਅਰਧ ਚੱਕਰ ਦੇ ਐਨ ਵਿਚਾਲੇ ਬੈਠਾ ਸੀ। ਉਸਦੇ ਨਾਲ ਹੀ ਉਹ ਨੌਜਵਾਨ ਅਰਬ ਮੁੰਡਾ ਬੈਠਾ ਸੀ, ਜਿਸ ਨਾਲ ਮੁੰਡੇ ਨੇ ਪਹਿਲਾਂ ਗੱਲ ਕੀਤੀ ਸੀ। ਮੁਖੀਆ ਵਿੱਚੋਂ ਇੱਕ ਨੇ ਮੁੰਡੇ ਵੱਲ ਦੇਖਦੇ ਹੋਏ ਪੁੱਛਿਆ, ਇਹ ਅਜਨਬੀ ਕੌਣ ਹੈ ਜਿਹੜਾ ਨਿਸ਼ਾਨੀਆਂ ਦੀ ਗੱਲ ਕਰਦਾ ਹੈ? ਇਹ ਮੈਂ ਹਾਂ, ਮੁੰਡੇ ਨੇ ਜਵਾਬ ਦਿੱਤਾ ਤੇ ਉਸਨੇ ਇਹ ਵੀ ਦੱਸ ਦਿੱਤਾ ਕਿ ਉਸਨੇ ਕੀ ਦੇਖਿਆ ਸੀ। ਮਾਰੂਥਲ ਇਸ ਤਰ੍ਹਾਂ ਦੀਆਂ ਗੱਲਾਂ ਕਿਸੇ ਅਜਨਬੀ ਕੋਲ ਕਿਉਂ ਪ੍ਰਗਟ ਕਰੇਗਾ, ਜਦ ਕਿ ਇਹ ਜਾਣਦਾ ਹੈ ਕਿ ਅਸੀਂ ਕਈ ਪੁਸ਼ਤਾਂ ਤੋਂ ਇੱਥੇ ਹਾਂ, ਇੱਕ ਹੋਰ ਮੁਖੀ ਨੇ ਕਿਹਾ। ਮੁੰਡਾ ਕਹਿਣ ਲੱਗਾ, ਕਿਉਂਕਿ ਮੇਰੀਆਂ ਅੱਖਾਂ ਨੂੰ ਹਜੇ ਵੀ ਮਾਰੂਥਲ ਦੀ ਆਦਤ ਨਹੀਂ ਪਈ। ਮੈਂ ਉਹ ਚੀਜ਼ਾਂ ਦੇਖ ਸਕਦਾ ਹਾਂ ਜਿਹੜੀਆਂ ਮਾਰੂਥਲ ਦੀਆਂ ਆਦੀ ਹੋ ਚੁੱਕੀਆਂ ਅੱਖਾਂ ਸ਼ਾਇਦ ਨਾ ਦੇਖ ਸਕਣ। ਉਸਨੇ ਸੋਚਿਆ, ਕਿਉਂਕਿ ਮੈਂ ਸੰਸਾਰ ਦੀ ਆਤਮਾ ਬਾਰੇ ਵੀ ਜਾਣਦਾ ਹਾਂ। ਤੀਜਾ ਮੁਖੀ ਕਹਿਣ ਲੱਗਾ, ਨਕਲਿਸਤਾਨ ਸਾਂਝੀ ਜ਼ਮੀਨ ਹੈ, ਇਹਨਾਂ 'ਤੇ ਕੋਈ ਹਮਲਾ ਨਹੀਂ ਕਰਦਾ। ਮੈਂ ਤਾਂ ਸਿਰਫ ਉਹੀ ਕੁਝ ਦੱਸ ਸਕਦਾ ਹਾਂ ਜੋ ਕੁਝ ਮੈਂ ਦੇਖਿਆ ਹੈ। ਜੇਕਰ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਤਾਂ ਤੁਹਾਨੂੰ ਇਸ ਬਾਰੇ ਕੋਈ ਚਿੰਤਾ ਨਹੀਂ ਕਰਨੀ ਚਾਹੀਦੀ। ਸਾਰੇ ਜਣੇ ਆਪਸ ਵਿੱਚ ਵਿਚਾਰ ਵਟਾਂਦਰਾ ਕਰਨ ਲੱਗੇ। ਉਹ ਐਸੀ ਅਰਬੀ ਭਾਸ਼ਾ ਵਿੱਚ ਗੱਲ ਕਰ ਰਹੇ ਸਨ ਜਿਸ ਦੀ ਮੁੰਡੇ ਨੂੰ ਸਮਝ ਨਹੀਂ ਸੀ ਆ ਰਹੀ, ਪਰ ਜਦੋਂ ਉਸਨੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪਹਿਰੇਦਾਰ ਨੇ ਉਸਨੂੰ ਰੁਕਣ ਲਈ ਕਿਹਾ। ਮੁੰਡਾ ਡਰ ਗਿਆ। ਨਿਸ਼ਾਨੀਆਂ ਦੱਸ ਰਹੀਆਂ ਸਨ ਕਿ ਕੋਈ ਗੜਬੜ ਹੈ। ਉਸਨੂੰ ਅਫਸੋਸ ਹੋਇਆ ਕਿ ਉਸਨੇ ਮਾਰੂਥਲ ਵਿੱਚ ਦੇਖੇ ਦ੍ਰਿਸ਼ ਬਾਰੇ ਊਠ ਵਾਲੇ ਨੂੰ ਦੱਸਿਆ ਸੀ। ਅਚਨਚੇਤ ਹੀ ਵਿਚਕਾਰਲਾ ਮੁਖੀਆ ਸ਼ਾਂਤੀ ਨਾਲ ਮੁਸਕਰਾਇਆ ਅਤੇ ਮੁੰਡੇ ਨੇ ਚੰਗਾ ਮਹਿਸੂਸ ਕੀਤਾ। ਇਹ ਬੰਦਾ ਬਹਿਸ ਵਿੱਚ ਸ਼ਾਮਿਲ ਨਹੀਂ ਸੀ ਹੋਇਆ ਅਤੇ ਸਹੀ ਗੱਲ ਤਾਂ ਇਹ ਹੈ ਕਿ ਉਸਨੇ ਇਸ ਵੇਲੇ ਤੱਕ ਇੱਕ ਵੀ ਸ਼ਬਦ ਨਹੀਂ ਸੀ ਬੋਲਿਆ। ਪਰ ਮੁੰਡੇ ਨੂੰ ਹੁਣ ਤੱਕ ਸੰਸਾਰ ਦੀ ਭਾਸ਼ਾ ਦੀ ਆਦਤ ਪੈ ਚੁੱਕੀ ਸੀ ਅਤੇ ਉਸਨੂੰ ਤੰਬੂ ਦੇ ਵਿੱਚ ਅਮਨ ਦੀਆਂ ਲਹਿਰਾਂ ਮਹਿਸੂਸ ਹੋਣ ਲੱਗੀਆਂ ਸਨ। ਹੁਣ ਉਹ ਮਹਿਸੂਸ ਕਰਨ ਲੱਗਾ ਸੀ ਕਿ ਉਸਨੇ ਠੀਕ ਹੀ ਕੀਤਾ ਸੀ। ਵਿਚਾਰ ਵਟਾਂਦਰਾ ਖਤਮ ਹੋ ਗਿਆ। ਮੁਖੀਏ ਕੁਝ ਪਲਾਂ ਲਈ ਚੁੱਪ ਹੋ ਗਏ ਅਤੇ ਸੁਣਨ ਲੱਗੇ ਕਿ ਵਡੇਰੀ ਉਮਰ ਦਾ ਆਦਮੀ ਕੀ ਕਹਿ ਰਿਹਾ ਸੀ। ਜਦੋਂ ਉਸਨੇ ਮੁੰਡੇ ਵੱਲ ਮੂੰਹ ਕੀਤਾ ਤਾਂ ਉਸਦਾ ਭਾਵ ਬੜਾ ਠੰਡਾ ਅਤੇ ਦੂਰ ਵਾਲਾ ਸੀ। ਉਸ ਆਦਮੀ ਨੇ ਹੁਣ ਐਸੀ ਭਾਸ਼ਾ ਵਿੱਚ ਗੱਲ ਕੀਤੀ ਜਿਹੜੀ ਮੁੰਡਾ ਸਮਝਦਾ ਸੀ। 2000 ਸਾਲ ਪਹਿਲਾਂ ਕਿਸੇ ਦੂਰ ਦੀ ਧਰਤੀ 'ਤੇ ਇੱਕ ਐਸੇ ਬੰਦੇ ਨੂੰ ਪਹਿਲਾਂ ਤਹਿਖਾਨੇ ਵਿੱਚ ਸੁੱਟ ਦਿੱਤਾ ਗਿਆ ਸੀ, ਜਿਹੜਾ ਨਿਸ਼ਾਨੀਆਂ ਵਿੱਚ ਵਿਸ਼ਵਾਸ ਰੱਖਦਾ ਸੀ ਅਤੇ ਫਿਰ ਉਸਨੂੰ ਗੁਲਾਮ ਬਣਾ ਕੇ ਵੇਚ ਦਿੱਤਾ ਗਿਆ ਸੀ। ਸਾਡੇ ਵਪਾਰੀਆਂ ਨੇ ਉਸ ਆਦਮੀ ਨੂੰ ਖਰੀਦ ਲਿਆ ਅਤੇ ਉਸਨੂੰ ਇੱਥੇ ਮਿਸਰ ਲੈ ਆਏ
ਅਸੀਂ ਸਭ ਜਾਣਦੇ ਹਾਂ ਕਿ ਜਿਹੜਾ ਬੰਦਾ ਵੀ ਸੁਪਨਿਆਂ ਵਿੱਚ ਵਿਸ਼ਵਾਸ ਰੱਖਦਾ ਹੈ ਉਹ ਇਹ ਵੀ ਜਾਣਦਾ ਹੈ ਕਿ ਇਹਨਾਂ ਦੀ ਵਿਆਖਿਆ ਕਿਵੇਂ ਕੀਤੀ ਜਾਣੀ ਚਾਹੀਦੀ ਹੈ। ਉਸਨੇ ਆਪਣੀ ਗੱਲ ਜਾਰੀ ਰੱਖੀ। ਜਦੋਂ ਫਰਾਹ ਨੂੰ ਸੁਪਨਾ ਆਇਆ ਕਿ ਕੁਝ ਗਾਵਾਂ ਪਤਲੀਆਂ ਸਨ ਅਤੇ ਕੁਝ ਗਾਵਾਂ ਮੋਟੀਆਂ, ਤਾਂ ਇੱਕ ਆਦਮੀ ਨੇ ਮਿਸਰ ਨੂੰ ਭੁੱਖਮਰੀ ਤੋਂ ਬਚਾ ਲਿਆ ਸੀ। ਉਸਦਾ ਨਾਂ ਜੋਸਫ ਸੀ। ਤੇਰੇ ਵਾਂਗ ਉਹ ਵੀ ਇੱਕ ਅਜੀਬ ਧਰਤੀ ਤੇ ਅਜਨਬੀ ਸੀ ਅਤੇ ਉਸਦੀ ਉਮਰ ਵੀ ਤੇਰੇ ਕੁ ਜਿੰਨੀ ਹੀ ਸੀ। ਉਹ ਰੁਕਿਆ, ਪਰ ਉਸਦੀਆਂ ਅੱਖਾਂ ਵਿੱਚ ਹਜੇ ਵੀ ਗੈਰ ਦੋਸਤਾਨਾ ਪ੍ਰਭਾਵ ਸਨ। ਅਸੀਂ ਸਦਾ ਹੀ ਰਵਾਇਤਾਂ ਦੀ ਪਾਲਣਾ ਕਰਦੇ ਹਾਂ। ਰਵਾਇਤ ਨੇ ਹੀ ਮਿਸਰ ਨੂੰ ਉਹਨਾਂ ਦਿਨਾਂ ਵਿੱਚ ਭੁੱਖਮਰੀ ਤੋਂ ਬਚਾਇਆ ਸੀ ਅਤੇ ਮਿਸਰੀਆਂ ਨੂੰ ਸਭ ਤੋਂ ਅਮੀਰ ਲੋਕ ਬਣਾ ਦਿੱਤਾ ਸੀ। ਰਵਾਇਤਾਂ ਹੀ ਮਨੁੱਖ ਨੂੰ ਸਿਖਾਉਂਦੀਆਂ ਹਨ ਕਿ ਮਾਰੂਥਲ ਕਿਵੇਂ ਪਾਰ ਕਰਨਾ ਹੈ ਅਤੇ ਕੀ ਉਹਨਾਂ ਦੇ ਬੱਚਿਆਂ ਦੇ ਨਿਕਾਹ ਕਿਵੇਂ ਹੋਣੇ ਹਨ। ਰਿਵਾਇਤ ਹੀ ਇਹ ਕਹਿੰਦੀ ਹੈ ਕਿ ਨਕਲਿਸਤਾਨ ਇੱਕ ਸਾਂਝਾ ਇਲਾਕਾ ਹੁੰਦਾ ਹੈ, ਕਿਉਂਕਿ ਦੋਵਾਂ ਧਿਰਾਂ ਕੋਲ ਹੀ ਨਕਲਿਸਤਾਨ ਹੁੰਦੇ ਹਨ। ਇਸ ਲਈ ਦੋਵਾਂ ਦੇ ਨਕਲਿਸਤਾਨ ਹੀ ਖਤਰੇ ਵਿੱਚ ਪੈ ਸਕਦੇ ਹਨ। ਜਦੋਂ ਬੰਦਾ ਬੋਲ ਰਿਹਾ ਸੀ ਤਾਂ ਹੋਰ ਕਿਸੇ ਨੇ ਵੀ ਇੱਕ ਸ਼ਬਦ ਤੱਕ ਵੀ ਨਾ ਕਿਹਾ। ਪਰ ਰਿਵਾਇਤਾਂ ਇਹ ਵੀ ਦੱਸਦੀਆਂ ਹਨ ਕਿ ਸਾਨੂੰ ਮਾਰੂਥਲ ਦੇ ਸੁਨੇਹਿਆਂ ਵਿੱਚ ਯਕੀਨ ਰੱਖਣਾ ਚਾਹੀਦਾ ਹੈ। ਅਸੀਂ ਜੋ ਕੁਝ ਵੀ ਜਾਣਦੇ ਹਾਂ ਉਹ ਸਭ ਕੁਝ ਸਾਨੂੰ ਮਾਰੂਥਲ ਨੇ ਹੀ ਸਿਖਾਇਆ ਹੈ। ਉਸ ਆਦਮੀ ਨੇ ਇਸ਼ਾਰਾ ਕੀਤਾ ਤੇ ਸਾਰੇ ਜਣੇ ਉੱਠ ਖੜੇ ਹੋਏ। ਮੀਟਿੰਗ ਮੁੱਕ ਗਈ ਸੀ। ਹੁੱਕੇ ਬੁਝਾ ਦਿੱਤੇ ਗਏ ਸਨ ਅਤੇ ਪਹਿਰੇਦਾਰ ਸਾਵਧਾਨ ਖੜੇ ਸਨ। ਮੁੰਡਾ ਜਾਣ ਲੱਗਾ ਤਾਂ ਉਸ ਵਡੇਰੀ ਉਮਰ ਦੇ ਆਦਮੀ ਨੇ ਉਸਨੂੰ ਬੁਲਾ ਕੇ ਕਿਹਾ, ਕੱਲ ਤੋਂ ਅਸੀਂ ਉਸ ਸਮਝੌਤੇ ਨੂੰ ਤੋੜ ਰਹੇ ਹਾਂ ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਬੰਦਾ ਹਥਿਆਰ ਆਪਣੇ ਕੋਲ ਨਹੀਂ ਲਿਜਾ ਸਕਦਾ। ਪੂਰਾ ਦਿਨ ਅਸੀਂ ਆਪਣੇ ਦੁਸ਼ਮਣਾਂ ਦੀ ਤਲਾਸ਼ ਕਰਾਂਗੇ। ਜਦੋਂ ਸੂਰਜ ਡੁੱਬਿਆ ਤਾਂ ਸਾਰੇ ਲੋਕ ਇੱਕ ਵਾਰ ਫਿਰ ਆਪੋ ਆਪਣੇ ਹਥਿਆਰ ਮੈਨੂੰ ਸੌਂਪ ਦੇਣਗੇ। ਸਾਡੇ ਦੁਸ਼ਮਣ ਦੇ ਮਰਨ ਵਾਲੇ 10 ਬੰਦਿਆਂ ਪਿੱਛੇ ਤੈਨੂੰ ਸੋਨੇ ਦੀ ਇੱਕ ਮੁਹਰ ਮਿਲੇਗੀ। ਪਰ ਹਥਿਆਰਾਂ ਦੀ ਵਰਤੋਂ ਉਦੋਂ ਤੱਕ ਨਹੀਂ ਹੋਏਗੀ ਜਦੋਂ ਤੱਕ ਉਹ ਹਮਲਾ ਨਹੀਂ ਕਰਨਗੇ। ਮਾਰੂਥਲ ਵਿੱਚ ਹਥਿਆਰ ਬਹੁਤ ਕਪਟੀ ਹੁੰਦੇ ਹਨ ਅਤੇ ਜੇ ਇਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਹੋ ਸਕਦਾ ਹੈ ਕਿ ਅਗਲੀ ਵਾਰੀ ਇਹ ਕੰਮ ਹੀ ਨਾ ਕਰਨ। ਕੱਲ੍ਹ ਦੇ ਦਿਨ ਦੇ ਅੰਤ ਤੱਕ ਜੇ ਇਹਨਾਂ ਵਿੱਚੋਂ ਇੱਕ ਵੀ ਹਥਿਆਰ ਦੀ ਵਰਤੋਂ ਨਾ ਕੀਤੀ ਜਾ ਸਕੀ ਤਾਂ ਇਸ ਦੀ ਵਰਤੋਂ ਤੇਰੇ ਤੇ ਕੀਤੀ ਜਾਵੇਗੀ। ਜਦੋਂ ਮੁੰਡਾ ਤੰਬੂ ਵਿੱਚੋਂ ਬਾਹਰ ਨਿਕਲਿਆ ਤਾਂ ਮਾਰੂਥਲ ਪੂਰਨਮਾਸ਼ੀ ਦੀ ਰੌਸ਼ਨੀ ਵਿੱਚ ਨਹਾ ਰਿਹਾ ਸੀ। ਉਹ ਆਪਣੇ ਤੰਬੂ ਤੋਂ 20 ਮਿੰਟ ਦੀ ਦੂਰੀ ਤੇ ਸੀ ਅਤੇ ਉਸਨੇ ਉਧਰ ਨੂੰ ਤੁਰਨਾ ਸ਼ੁਰੂ ਕੀਤਾ। ਜੋ ਕੁਝ ਵਾਪਰਿਆ ਸੀ ਉਸ ਤੋਂ ਉਹ ਚੌਕਸ ਹੋ ਗਿਆ ਸੀ। ਉਹ ਸੰਸਾਰ ਦੀ ਆਤਮਾ ਤੱਕ ਪਹੁੰਚਣ ਵਿੱਚ ਸਫਲ ਹੋ ਗਿਆ ਸੀ ਅਤੇ ਹੁਣ ਅਜਿਹਾ ਕਰ ਸਕਣ ਦੀ ਕੀਮਤ ਉਸਨੂੰ ਆਪਣੀ ਜ਼ਿੰਦਗੀ ਨਾਲ ਦੇਣੀ ਪੈਣੀ ਸੀ। ਇਹ ਬੜੀ ਡਰਾਉਣੀ ਸ਼ਰਤ ਸੀ, ਪਰ ਜਿਸ ਦਿਨ ਉਸਨੇ ਆਪਣੀ ਹੋਣੀ ਦੀ ਭਾਲ ਲਈ ਆਪਣੀਆਂ ਭੇਡਾਂ ਵੇਚੀਆਂ ਸਨ, ਉਸੇ ਦਿਨ ਤੋਂ ਹੀ ਉਹ ਖਤਰਨਾਕ ਸ਼ਰਤਾਂ ਲਗਾਉਂਦਾ ਚੱਲਿਆ ਰਿਹਾ ਸੀ ਅਤੇ ਉਸਨੂੰ ਚੇਤੇ ਆਇਆ ਕਿ ਊਠ ਵਾਲੇ ਨੇ ਵੀ ਕਿਹਾ ਸੀ ਕਿ ਕੱਲ੍ਹ ਨੂੰ ਹੀ ਮਰ ਜਾਣਾ ਵੀ ਕਿਸੇ ਵੀ ਹੋਰ ਦਿਨ ਮਰਨ ਨਾਲੋਂ ਮਾੜਾ ਨਹੀਂ ਹੋਣ ਲੱਗਾ। ਹਰ ਦਿਨ ਇਸ ਲਈ ਸੀ ਕਿ ਇਸ ਨੂੰ ਜੀਵਿਆ ਜਾਵੇ ਜਾਂ ਫਿਰ ਸੰਸਾਰ ਤੋਂ ਆਪਣੀ ਰਵਾਨਗੀ ਦਾ ਦਿਨ ਮਿਥਿਆ ਜਾਵੇ। ਸਭ ਕੁਝ ਇੱਕੋ ਸ਼ਬਦ ਤੇ ਨਿਰਭਰ ਕਰਦਾ ਸੀ, ਮਕਤੂਬ। ਚੁੱਪ ਚਪੀਤੇ ਤੁਰਦੇ ਹੋਏ ਉਸਨੂੰ ਹੁਣ ਕੋਈ ਅਫਸੋਸ ਨਹੀਂ ਸੀ ਲੱਗ ਰਿਹਾ। ਜੇ ਉਹ ਕੱਲ੍ਹ ਨੂੰ ਮਰ ਜਾਵੇ ਤਾਂ ਇਸ ਦਾ ਮਤਲਬ ਇਹ ਹੋਵੇਗਾ ਕਿ ਈਸ਼ਵਰ ਭਵਿੱਖ ਨੂੰ ਬਦਲਣਾ ਨਹੀਂ ਚਾਹੁੰਦਾ। ਮਰਨ ਤੋਂ ਪਹਿਲਾਂ ਘੱਟੋ ਘੱਟ ਉਸਨੇ ਸਾਗਰ ਦਾ ਲਾਂਘਾ ਪਾਰ ਕਰ ਲਿਆ ਸੀ, ਸ਼ੀਸ਼ੇ ਦੇ ਸਮਾਨ ਵਿੱਚ ਕੰਮ ਕੀਤਾ ਸੀ, ਮਾਰੂਥਲ ਦੀ ਚੁੱਪ ਨੂੰ ਜਾਣਿਆ ਸੀ ਅਤੇ ਫਾਤਮਾ ਦੀਆਂ ਅੱਖਾਂ ਵਿੱਚ ਝਾਕਿਆ ਸੀ। ਬਹੁਤ ਲੰਮਾ ਸਮਾਂ ਪਹਿਲਾਂ ਜਦੋਂ ਉਹ ਘਰ ਤੋਂ ਰਵਾਨਾ ਹੋਇਆ ਸੀ, ਉਸ ਤੋਂ ਬਾਅਦ ਉਸਨੇ ਆਪਣੇ ਹਰੇਕ ਦਿਨ ਨੂੰ ਤੀਬਰਤਾ ਨਾਲ ਜੀਵਿਆ ਹੈ। ਜੇ ਉਹ ਕੱਲ੍ਹ ਨੂੰ ਵੀ ਮਰ ਜਾਵੇ ਤਾਂ ਵੀ ਉਸਨੇ ਹੋਰ ਆਜੜੀਆਂ ਨਾਲੋਂ ਕਿਤੇ ਵੱਧ ਦੇਖ ਲਿਆ ਹੋਵੇਗਾ ਅਤੇ ਉਸਨੂੰ ਇਸ ਸਭ ਕਾਸੇ ਦਾ ਮਾਣ ਸੀ। ਅਚਨਚੇਤ ਉਸਨੇ ਕੰਨ ਪਾੜਵੀਂ ਆਵਾਜ਼ ਸੁਣੀ ਅਤੇ ਉਹ ਹਵਾ ਦੇ ਇੱਕ ਐਸੇ ਵੇਗ ਨਾਲ ਧਰਤੀ ਤੇ ਜਾ ਡਿੱਗਾ ਜਿਸ ਤਰ੍ਹਾਂ ਦਾ ਵੇਗ ਉਸਨੇ ਪਹਿਲਾਂ ਕਦੀ ਵੀ ਨਹੀਂ ਸੀ ਵੇਖਿਆ। ਸਾਰੇ ਆਲੇ ਦੁਆਲੇ ਇੰਨੀ ਧੂੜ ਚੱਕਰ ਕੱਟ ਰਹੀ ਸੀ ਕਿ ਇਸ ਨਾਲ ਚੰਦਰਮਾ ਵੀ ਦਿਸਣਾ ਬੰਦ ਹੋ ਗਿਆ। ਉਸਦੇ ਸਾਹਮਣੇ ਇੱਕ ਬੜਾ ਵਿਸ਼ਾਲ ਸਫੇਦ ਘੋੜਾ ਸੀ ਜਿਹੜਾ ਡਰਾਉਣੀ ਚੀਕ ਮਾਰਦਾ ਹੋਇਆ ਉਸ ਵੱਲ ਦੌੜਦਾ ਆ ਰਿਹਾ ਸੀ। ਜਦੋਂ ਅੱਖਾਂ ਅੰਨੀਆਂ ਕਰਨ ਵਾਲੀ ਧੂੜ ਰਤਾ ਕੁ ਠਹਿਰੀ ਤਾਂ ਮੁੰਡੇ ਨੂੰ ਉਹ ਕੁਝ ਚੇਤੇ ਕਰਕੇ ਕਾਂਬਾ ਛਿੜ ਗਿਆ ਜੋ ਕੁਝ ਉਸਨੇ ਹੁਣੇ ਦੇਖਿਆ ਸੀ। ਘੋੜੇ ਤੇ ਇੱਕ ਐਸਾ ਬੰਦਾ ਸਵਾਰ ਸੀ ਜਿਸਨੇ ਕਾਲੇ ਕੱਪੜੇ ਪਾਏ ਹੋਏ ਸਨ ਅਤੇ ਜਿਸ ਦੇ ਖੱਬੇ ਮੋਢੇ ਤੇ ਇੱਕ ਬਾਜ ਬੈਠਾ ਸੀ। ਉਸਨੇ ਪਗੜੀ ਬੰਨੀ ਹੋਈ ਸੀ ਅਤੇ ਅੱਖਾਂ ਨੂੰ ਛੱਡ ਕੇ ਉਸਦਾ ਸਾਰਾ ਚਿਹਰਾ ਵੀ ਕਾਲੇ ਰੁਮਾਲ ਨਾਲ ਢਕਿਆ ਹੋਇਆ ਸੀ। ਇਉਂ ਲੱਗਦਾ ਸੀ ਜਿਵੇਂ ਉਹ ਮਾਰੂਥਲ ਦਾ ਕੋਈ
ਸੰਦੇਸ਼ਵਾਹਕ ਹੋਵੇ, ਪਰ ਉਸ ਦੀ ਮੌਜੂਦਗੀ ਦਾ ਪ੍ਰਭਾਵ ਸਧਾਰਨ ਵਾਹਕਾਂ ਨਾਲੋਂ ਕਿਤੇ ਜ਼ਿਆਦਾ ਸ਼ਕਤੀਸ਼ਾਲੀ ਸੀ। ਉਸ ਅਜੀਬ ਘੋੜਸਵਾਰ ਨੇ ਘੋੜੇ ਦੀ ਕਾਠੀ ਨਾਲ ਬੰਨੀ ਮਿਆਨ ਵਿੱਚੋਂ ਇੱਕ ਵੱਡੀ ਸਾਰੀ ਗੁਲਾਈਦਾਰ ਤਲਵਾਰ ਕੱਢੀ। ਇਸ ਤਲਵਾਰ ਦੀ ਧਾਰ ਚੰਦਰਮਾ ਦੀ ਰੌਸ਼ਨੀ ਵਿੱਚ ਚਮਕ ਰਹੀ ਸੀ। ਸ਼ਿਕਰਿਆਂ ਦੀ ਉਡਾਨ ਦੇ ਅਰਥ ਸਮਝਣ ਦੀ ਹਿੰਮਤ ਕਿਸਨੇ ਕੀਤੀ ਹੈ? ਉਸਨੇ ਇੰਨੀ ਉੱਚੀ ਆਵਾਜ਼ ਵਿੱਚ ਇਹ ਗੱਲ ਪੁੱਛੀ ਕਿ ਇਵੇਂ ਲੱਗਾ ਜਿਵੇਂ ਇਹ ਆਵਾਜ਼ ਅਲ ਫਾਯੂਮ ਦੇ 50,000 ਖੰਜੂਰ ਦੇ ਦਰਖਤਾਂ ਵਿੱਚ ਦੀ ਗੂੰਜ ਰਹੀ ਹੋਵੇ। ਇਸ ਤਰ੍ਹਾਂ ਕਰਨ ਦੀ ਹਿੰਮਤ ਮੈਂ ਕੀਤੀ ਹੈ, ਮੁੰਡੇ ਨੇ ਕਿਹਾ। ਉਸਨੂੰ ਸਾਂਤੀਆਗੋ ਮੈਟਾਮੋਰਸ ਦਾ ਉਹ ਦ੍ਰਿਸ਼ ਚੇਤੇ ਆਇਆ ਜਿਸ ਵਿੱਚ ਉਹ ਚਿੱਟੇ ਘੋੜੇ ਤੇ ਸਵਾਰ ਸੀ ਅਤੇ ਕਾਫਰ ਲੋਕ ਘੋੜੇ ਦੇ ਪੈਰਾਂ ਹੇਠਾਂ ਦੱਬੇ ਹੋਏ ਸਨ। ਇਹ ਆਦਮੀ ਵੀ ਐਨ ਉਸੇ ਤਰ੍ਹਾਂ ਹੀ ਦਿਖਾਈ ਦਿੰਦਾ ਸੀ, ਪਰ ਇਸ ਵਾਰੀ ਭੂਮਿਕਾਵਾਂ ਉਲਟ ਹੋ ਗਈਆਂ ਸਨ। ਇਸ ਤਰ੍ਹਾਂ ਕਰਨ ਦੀ ਹਿੰਮਤ ਮੈਂ ਕੀਤੀ ਹੈ। ਬਹੁਤ ਸਾਰੀਆਂ ਜ਼ਿੰਦਗੀਆਂ ਇਸ ਲਈ ਬਚ ਜਾਣਗੀਆਂ ਕਿਉਂਕਿ ਮੈਂ ਸੰਸਾਰ ਦੀ ਆਤਮਾ ਵਿੱਚ ਝਾਕਣ ਦੇ ਸਮਰੱਥ ਹੋ ਸਕਿਆ ਹਾਂ, ਮੁੰਡੇ ਨੇ ਕਿਹਾ ਅਤੇ ਤਲਵਾਰ ਦਾ ਵਾਰ ਸਹਿਣ ਲਈ ਆਪਣਾ ਸਿਰ ਝੁਕਾ ਦਿੱਤਾ। ਤਲਵਾਰ ਦਾ ਵਾਰ ਨਾ ਹੋਇਆ, ਸਗੋਂ ਅਜਨਬੀ ਨੇ ਤਲਵਾਰ ਹੌਲੀ-ਹੌਲੀ ਨੀਵੀਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਆਖਿਰਕਾਰ ਇਸ ਦੀ ਨੋਕ ਮੁੰਡੇ ਦੇ ਮੱਥੇ ਨੂੰ ਛੋਹਣ ਲੱਗੀ। ਇਸ ਨਾਲ ਖੂਨ ਦਾ ਇੱਕ ਨਿੱਕਾ ਜਿਹਾ ਤੁਪਕਾ ਨਿਕਲ ਆਇਆ। ਘੋੜਸਵਾਰ ਪੂਰੀ ਤਰ੍ਹਾਂ ਐਲ ਖੜਾ ਸੀ। ਮੁੰਡਾ ਵੀ ਉਸੇ ਤਰ੍ਹਾਂ ਐਲ ਸੀ। ਦੌੜ ਜਾਣ ਦਾ ਤਾਂ ਮੁੰਡੇ ਦੇ ਮਨ ਵਿੱਚ ਖਿਆਲ ਤੱਕ ਨਾ ਆਇਆ। ਆਪਣੇ ਦਿਲ ਵਿੱਚ ਉਸਨੇ ਅਜੀਬ ਕਿਸਮ ਦੀ ਖੁਸ਼ੀ ਮਹਿਸੂਸ ਕੀਤੀ। ਉਹ ਆਪਣੀ ਹੋਣੀ ਨੂੰ ਲੱਭਦੇ ਹੋਏ ਮਰਨ ਜਾ ਰਿਹਾ ਸੀ ਅਤੇ ਫਾਤਮਾ ਲਈ ਵੀ। ਆਖਿਰਕਾਰ ਸਭ ਨਿਸ਼ਾਨੀਆਂ ਸੱਚ ਸਾਬਿਤ ਹੋਈਆਂ ਸਨ। ਇਸ ਵੇਲੇ ਉਹ ਦੁਸ਼ਮਣ ਦੇ ਆਮੋ ਸਾਹਮਣੇ ਸੀ, ਪਰ ਮੌਤ ਬਾਰੇ ਡਰਨ ਦੀ ਕੋਈ ਲੋੜ ਨਹੀਂ ਸੀ ਕਿਉਂਕਿ ਸੰਸਾਰ ਦੀ ਆਤਮਾ ਉਸ ਦੀ ਉਡੀਕ ਕਰ ਰਹੀ ਸੀ ਅਤੇ ਛੇਤੀ ਹੀ ਉਹ ਉਸ ਦਾ ਹਿੱਸਾ ਬਣ ਜਾਵੇਗਾ ਅਤੇ ਕੱਲ੍ਹ ਨੂੰ ਉਸ ਦਾ ਦੁਸ਼ਮਣ ਵੀ ਉਸੇ ਆਤਮਾ ਦਾ ਹਿੱਸਾ ਹੋ ਜਾਵੇਗਾ। ਅਜਨਬੀ ਨੇ ਆਪਣੀ ਤਲਵਾਰ ਦੀ ਨੋਕ ਮੁੰਡੇ ਦੇ ਮੱਥੇ ਤੇ ਲਾਈ ਰੱਖੀ ਅਤੇ ਕਿਹਾ, ਤੂੰ ਪੰਛੀਆਂ ਦੀ ਉਡਾਨ ਦੇ ਅਰਥ ਕਿਉਂ ਪੜ੍ਹੇ ਸਨ? ਮੈਂ ਸਿਰਫ ਉਹੀ ਕੁਝ ਹੀ ਪੜ੍ਹਿਆ ਸੀ ਜੋ ਕੁਝ ਪੰਛੀ ਮੈਨੂੰ ਦੱਸਣਾ ਚਾਹੁੰਦੇ ਸਨ। ਉਹ ਨਕਲੀਸਤਾਨ ਨੂੰ ਬਚਾਉਣਾ ਚਾਹੁੰਦੇ ਸਨ। ਕੱਲ੍ਹ ਨੂੰ ਤੁਸੀਂ ਸਾਰੇ ਮਰ ਜਾਓਗੇ ਕਿਉਂਕਿ ਨਕਲੀਸਤਾਨ ਵਿੱਚ ਬੰਦਿਆਂ ਦੀ ਗਿਣਤੀ ਤੁਹਾਡੇ ਨਾਲੋਂ ਵਧੇਰੇ ਹੈ। ਤਲਵਾਰ ਜਿਉਂ ਦੀ ਤਿਉਂ ਕਾਇਮ ਸੀ। ਅੱਲਾ ਦੀ ਮਰਜ਼ੀ ਨੂੰ ਬਦਲਣ ਵਾਲਾ ਤੂੰ ਕੌਣ ਹੁੰਦਾ ਹੈ? ਅੱਲਾ ਨੇ ਹੀ ਫੌਜਾਂ ਬਣਾਈਆਂ ਹਨ ਅਤੇ ਉਸੇ ਨੇ ਹੀ ਸ਼ਿਕਰੇ ਬਣਾਏ ਹਨ। ਅੱਲਾ ਨੇ ਮੈਨੂੰ ਪੰਛੀਆਂ ਦੀ ਭਾਸ਼ਾ ਸਿਖਾਈ ਹੈ। ਸਭ ਕੁਝ ਇੱਕੋ ਹੀ ਹੱਥ ਵੱਲੋਂ ਲਿਖਿਆ ਗਿਆ ਹੈ, ਮੁੰਡੇ ਨੇ ਊਠ ਵਾਲੇ ਦੇ ਸ਼ਬਦਾਂ ਨੂੰ ਚੇਤੇ ਕਰਦੇ ਕਿਹਾ। ਅਜਨਬੀ ਨੇ ਮੁੰਡੇ ਦੇ ਮੱਥੇ ਤੋਂ ਤਲਵਾਰ ਹਟਾ ਲਈ ਅਤੇ ਮੁੰਡੇ ਨੇ ਬਹੁਤ ਰਾਹਤ ਮਹਿਸੂਸ ਕੀਤੀ, ਪਰ ਹਜੇ ਵੀ ਉਹ ਭੱਜ ਨਹੀਂ ਸੀ ਸਕਦਾ। ਅਜਨਬੀ ਕਹਿਣ ਲੱਗਾ, ਆਪਣੀਆਂ ਭਵਿੱਖਬਾਣੀਆਂ ਸੰਭਲ ਕੇ ਕਰਿਆ ਕਰ। ਜਦੋਂ ਕੋਈ ਚੀਜ਼ ਲਿਖ ਦਿੱਤੀ ਗਈ ਹੋਵੇ ਤਾਂ ਇਸ ਨੂੰ ਕਿਸੇ ਤਰ੍ਹਾਂ ਵੀ ਬਦਲਿਆ ਨਹੀਂ ਜਾ ਸਕਦਾ। ਮੁੰਡੇ ਨੇ ਕਿਹਾ, ਮੈਂ ਤਾਂ ਸਿਰਫ ਇੱਕ ਫੌਜ ਹੀ ਦੇਖੀ ਸੀ, ਮੈਂ ਲੜਾਈ ਦਾ ਸਿੱਟਾ ਨਹੀਂ ਸੀ ਦੇਖਿਆ। ਉਸਦੇ ਇਸ ਜਵਾਬ ਤੋਂ ਅਜਨਬੀ ਸੰਤੁਸ਼ਟ ਪ੍ਰਤੀਤ ਹੁੰਦਾ ਸੀ, ਪਰ ਉਸਨੇ ਤਲਵਾਰ ਆਪਣੇ ਹੱਥ ਵਿੱਚ ਹੀ ਫੜੀ ਰੱਖੀ ਅਤੇ ਪੁੱਛਿਆ, ਇੱਕ ਅਜਨਬੀ ਇਸ ਅਜਨਬੀ ਧਰਤੀ ਤੇ ਕੀ ਕਰ ਰਿਹਾ ਹੈ? ਮੈਂ ਆਪਣੀ ਹੋਣੀ ਦੀ ਭਾਲ ਕਰ ਰਿਹਾ ਹਾਂ। ਇਸ ਗੱਲ ਨੂੰ ਤੂੰ ਨਹੀਂ ਸਮਝ ਸਕੇਗਾ। ਅਜਨਬੀ ਨੇ ਤਲਵਾਰ ਆਪਣੀ ਮਿਆਨ ਵਿੱਚ ਪਾ ਲਈ ਅਤੇ ਮੁੰਡੇ ਨੇ ਹੋਰ ਵੀ ਸੌਖ ਮਹਿਸੂਸ ਕੀਤੀ। ਅਜਨਬੀ ਬੋਲਿਆ, ਮੈਨੂੰ ਤੇਰੇ ਹੌਸਲੇ ਦਾ ਇਮਤਿਹਾਨ ਲੈਣਾ ਪੈਣਾ ਸੀ। ਸੰਸਾਰ ਦੀ ਭਾਸ਼ਾ ਨੂੰ ਸਮਝ ਸਕਣ ਲਈ ਸਭ ਤੋਂ ਜ਼ਰੂਰੀ ਗੁਣ ਹੌਸਲਾ ਹੀ ਹੁੰਦਾ ਹੈ। ਮੁੰਡੇ ਨੂੰ ਬੜੀ ਹੈਰਾਨੀ ਹੋਈ। ਅਜਨਬੀ ਉਹਨਾਂ ਗੱਲਾਂ ਬਾਰੇ ਬੋਲ ਰਿਹਾ ਸੀ ਜਿਨ੍ਹਾਂ ਬਾਰੇ ਬਹੁਤ ਘੱਟ ਲੋਕਾਂ ਨੂੰ ਵਾਕਫੀ ਸੀ। ਉਸਨੇ ਆਪਣੀ ਗੱਲ ਜਾਰੀ ਰੱਖੀ, ਹੁਣ ਜਦੋਂ ਤੂੰ ਇੰਨੀ ਦੂਰ ਤੱਕ ਆ ਹੀ ਗਿਆ ਹੈ ਤਾਂ ਹੌਸਲਾ ਨਾ ਹਾਰੀ। ਤੂੰ ਮਾਰੂਥਲ ਨੂੰ ਪਿਆਰ ਤਾਂ ਕਰੀ, ਪਰ ਇਸ ਤੇ ਕਦੇ ਵੀ ਪੂਰਾ ਭਰੋਸਾ ਨਾ ਰੱਖੀ। ਇਸ ਦਾ ਕਾਰਨ ਇਹ ਹੈ ਕਿ ਮਾਰੂਥਲ ਸਾਰੇ ਲੋਕਾਂ ਦਾ ਇਮਤਿਹਾਨ ਲੈਂਦਾ ਹੈ। ਇਹ ਹਰ ਕਦਮ ਤੇ ਰੁਕਾਵਟ ਪਾਉਂਦਾ ਹੈ ਅਤੇ ਜਿਨ੍ਹਾਂ ਦਾ ਧਿਆਨ ਰਤਾਕੂ ਲਾਂਭੇ ਹੋ ਜਾਵੇ ਉਹਨਾਂ ਨੂੰ ਮਾਰ ਦਿੰਦਾ ਹੈ। ਉਸਨੇ ਜਦੋਂ ਇਹ ਗੱਲ ਕਹੀ ਤਾਂ ਮੁੰਡੇ ਨੂੰ ਬੁੱਢੇ ਬਾਦਸ਼ਾਹ ਦੀ ਯਾਦ ਆ ਗਈ। ਅਜਨਬੀ ਨੇ ਫਿਰ ਕਿਹਾ, ਜੇਕਰ ਹਮਲਾਵਰਾਂ ਨੇ ਹਮਲਾ ਕਰ ਦਿੱਤਾ ਅਤੇ ਸੂਰਜ ਡੁੱਬਣ ਵੇਲੇ ਤੱਕ ਤੇਰਾ ਸਿਰ ਹਾਲੇ ਵੀ ਧੜ ਤੇ ਸਲਾਮਤ ਰਿਹਾ ਤਾਂ ਮੈਨੂੰ ਮਿਲਣਾ ਆਵੀਂ। ਜਿਸ ਹੱਥ ਵਿੱਚ ਪਹਿਲਾਂ ਤਲਵਾਰ ਫੜੀ ਹੋਈ ਸੀ ਉਸੇ ਵਿੱਚ ਹੀ ਹੁਣ ਇੱਕ ਚਾਬੁਕ ਆ ਗਿਆ ਸੀ। ਘੋੜੇ ਨੇ ਇੱਕ ਵਾਰ ਫਿਰ ਛੂਟ ਵੱਟੀ ਅਤੇ ਅਜਿਹਾ ਕਰਦੇ ਹੋਏ ਧੂੜ ਦਾ ਇੱਕ ਬੱਦਲ ਪੈਦਾ ਕਰ ਦਿੱਤਾ। ਤੂੰ ਰਹਿੰਦਾ ਕਿੱਥੇ ਹੈ? ਮੁੰਡੇ ਨੇ ਘੋੜੇ ਤੇ ਜਾਂਦੇ ਸਵਾਰ ਨੂੰ ਉੱਚੀ ਆਵਾਜ਼ ਵਿੱਚ ਪੁੱਛਿਆ। ਚਾਬੁਕ ਵਾਲੇ ਨੇ ਹੱਥ ਦੱਖਣ ਵੱਲ ਨੂੰ ਇਸ਼ਾਰਾ ਕੀਤਾ। ਮੁੰਡੇ ਦੀ ਧਾਤਸਾਜ਼ ਨਾਲ ਮੁਲਾਕਾਤ ਹੋ ਗਈ ਸੀ। ਅਗਲਾ ਅੰਕ। ਅਗਲੀ ਸਵੇਰ ਅਲ ਫਯੂਮ ਦੇ ਖੰਜੂਰ ਦੇ ਦਰਖਤਾਂ ਵਿਚਕਾਰ
2000 ਹਥਿਆਰਬੰਦ ਲੋਕ ਫੈਲੇ ਹੋਏ ਸਨ। ਇਸ ਦੇ ਸਿਖਰ ਇਸ ਤੋਂ ਪਹਿਲਾਂ ਕਿ ਸੂਰਜ ਆਪਣੇ ਸਿਖਰ ਬਿੰਦੂ ਤੇ ਪਹੁੰਚਦਾ 500 ਆਦਿਵਾਸੀ ਦਿਖਾਈ ਦਿੱਤੇ। ਘੋੜਸਵਾਰ ਸੈਨਿਕਾਂ ਨੇ ਉੱਤਰ ਤੋਂ ਨਖਲਿਸਤਾਨ ਵਿੱਚ ਪ੍ਰਵੇਸ਼ ਕੀਤਾ। ਜਦੋਂ ਉਹ ਅਲ ਫਯੂਮ ਦੇ ਕੇਂਦਰ ਤੇ ਸਫੇਦ ਤੰਬੂ ਵਿੱਚ ਪਹੁੰਚੇ ਤਾਂ ਉਹਨਾਂ ਤੰਬੂ ਤੇ ਹਮਲਾ ਕਰ ਦਿੱਤਾ। ਨਖਲਿਸਤਾਨ ਦੇ ਲੋਕਾਂ ਨੇ ਰੇਗਿਸਤਾਨ ਦੇ ਘੋੜਸਵਾਰਾਂ ਨੂੰ ਘੇਰ ਲਿਆ ਅਤੇ ਅੱਧੇ ਘੰਟੇ ਵਿੱਚ ਸਾਰੇ ਹਮਲਾਵਰ ਮਾਰੇ ਜਾ ਚੁੱਕੇ ਸਨ। ਬੱਚਿਆਂ ਨੂੰ ਖੰਜੂਰ ਦੇ ਦਰਖਤਾਂ ਦੇ ਝੁੰਡ ਦੇ ਦੂਜੇ ਪਾਸੇ ਰੱਖਿਆ ਗਿਆ ਸੀ ਅਤੇ ਉਹਨਾਂ ਨੇ ਕੁਝ ਵੀ ਨਹੀਂ ਸੀ ਦੇਖਿਆ। ਔਰਤਾਂ ਆਪਣੇ ਆਪਣੇ ਤੰਬੂਆਂ ਵਿੱਚ ਹੀ ਰਹੀਆਂ ਸਨ ਅਤੇ ਉਹ ਉੱਥੇ ਬੈਠੀਆਂ ਆਪੋ ਆਪਣੇ ਪਤੀਆਂ ਦੀ ਸੁਰੱਖਿਆ ਦੀ ਪ੍ਰਾਰਥਨਾ ਕਰ ਰਹੀਆਂ ਸਨ। ਉਹਨਾਂ ਨੇ ਵੀ ਲੜਾਈ ਨਹੀਂ ਸੀ ਦੇਖੀ। ਜੇ ਜ਼ਮੀਨ ਤੇ ਲਾਸ਼ਾਂ ਨਾ ਪਈਆਂ ਹੁੰਦੀਆਂ ਤਾਂ ਇੰਜ ਲੱਗ ਸਕਦਾ ਸੀ ਕਿ ਜਿਵੇਂ ਨਖਲਿਸਤਾਨ ਵਿੱਚ ਇਹ ਦਿਨ ਵੀ ਆਮ ਦਿਨਾਂ ਵਰਗਾ ਹੀ ਰਿਹਾ ਹੋਵੇ। ਜਿਸ ਹਮਲਾਵਰ ਨੂੰ ਮਾਰਿਆ ਨਹੀਂ ਗਿਆ ਸੀ ਉਹ ਦਸਤੇ ਦਾ ਮੁਖੀ ਸੀ। ਬਾਅਦ ਦੁਪਹਿਰ ਉਸਨੂੰ ਕਬਾਇਲੀ ਮੁਖੀਆਂ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਉਸਨੂੰ ਪੁੱਛਿਆ ਕਿ ਉਸਨੇ ਰਵਾਇਤ ਨੂੰ ਕਿਉਂ ਭੰਗ ਕੀਤਾ ਹੈ। ਮੁਖੀ ਨੇ ਦੱਸਿਆ ਕਿ ਉਸਦੇ ਫੌਜੀ ਭੁੱਖੇ ਅਤੇ ਤ੍ਰਿਹਾਏ ਸਨ, ਕਈ ਦਿਨਾਂ ਤੋਂ ਚੱਲ ਰਹੀ ਲੜਾਈ ਕਾਰਨ ਥੱਕੇ ਹੋਏ ਸਨ ਅਤੇ ਉਹਨਾਂ ਇਸੇ ਲਈ ਹੀ ਨਖਲਿਸਤਾਨ ਤੇ ਕਬਜ਼ਾ ਕਰਨ ਦਾ ਫੈਸਲਾ ਕੀਤਾ ਸੀ ਤਾਂ ਕਿ ਤਰੋ-ਤਾਜ਼ਾ ਹੋ ਕੇ ਮੁੜ ਜੰਗ ਵਿੱਚ ਸ਼ਾਮਿਲ ਹੋ ਸਕਣ। ਕਬਾਇਲੀ ਮੁਖੀਆਂ ਨੇ ਕਿਹਾ ਕਿ ਉਹਨਾਂ ਨੂੰ ਹਮਲਾਵਰ ਕਬਾਇਲੀਆਂ ਦੇ ਮਰਨ ਤੇ ਅਫਸੋਸ ਹੈ, ਪਰ ਰਿਵਾਇਤਾਂ ਦੀ ਪਾਲਣਾ ਕਰਨਾ ਸਭ ਤੋਂ ਜ਼ਰੂਰੀ ਹੁੰਦਾ ਹੈ। ਉਹਨਾਂ ਹਮਲਾਵਰ ਦੇ ਮੁਖੀ ਨੂੰ ਗੈਰ ਸਨਮਾਨਯੋਗ ਮੌਤ ਦੀ ਸਜ਼ਾ ਸੁਣਾਈ। ਤਲਵਾਰ ਨਾਲ ਜਾਂ ਗੋਲੀ ਨਾਲ ਮਾਰਨ ਦੀ ਥਾਂ ਉਸਨੂੰ ਇੱਕ ਪੁਰਾਣੇ ਖੰਜੂਰ ਦੇ ਸੁੱਕੇ ਹੋਏ ਦਰਖਤ ਤੇ ਫਾਂਸੀ ਤੇ ਲਟਕਾ ਦਿੱਤਾ ਗਿਆ, ਜਿੱਥੇ ਉਸਦੀ ਲਾਸ਼ ਮਾਰੂਥਲ ਦੀ ਹਵਾ ਵਿੱਚ ਰੱਸੇ ਤੇ ਘੁੰਮਦੀ ਰਹੀ। ਕਬਾਇਲੀ ਮੁਖੀਏ ਨੇ ਮੁੰਡੇ ਨੂੰ ਸੱਦਿਆ ਤੇ ਉਸਨੂੰ ਸੋਨੇ ਦੀਆਂ 50 ਮੋਹਰਾਂ ਦਿੱਤੀਆਂ। ਉਸਨੇ ਮਿਸਰ ਦੇ ਜੋਸਫ ਦੀ ਕਹਾਣੀ ਫਿਰ ਦੁਹਰਾਈ ਅਤੇ ਮੁੰਡੇ ਨੂੰ ਕਿਹਾ ਕਿ ਉਹ ਨਖਲਿਸਤਾਨ ਦਾ ਸਲਾਹਕਾਰ ਬਣ ਜਾਵੇ। ਅਗਲਾ ਅੰਕ। ਜਦੋਂ ਸੂਰਜ ਛੁਪ ਗਿਆ ਅਤੇ ਸ਼ਾਮ ਦਾ ਪਹਿਲਾ ਤਾਰਾ ਦਿਖਾਈ ਦੇਣ ਲੱਗਾ ਤਾਂ ਮੁੰਡਾ ਦੱਖਣ ਵੱਲ ਨੂੰ ਤੁਰ ਪਿਆ। ਆਖਿਰਕਾਰ ਉਸਨੂੰ ਇੱਕ ਤੰਬੂ ਦਿਖਾਈ ਦਿੱਤਾ, ਜਿਸ ਦੇ ਕੋਲੋਂ ਦੀ ਲੰਘ ਰਹੇ ਕੁਝ ਅਰਬਾਂ ਨੇ ਮੁੰਡੇ ਨੂੰ ਦੱਸਿਆ ਕਿ ਇਸ ਥਾਂ ਤੇ ਜਿੰਨ ਰਹਿੰਦੇ ਹਨ, ਪਰ ਮੁੰਡਾ ਉੱਥੇ ਬੈਠ ਕੇ ਉਡੀਕਣ ਲੱਗਾ। ਜਦੋਂ ਚੰਦਰਮਾ ਸਿਰ ਤੇ ਆ ਗਿਆ ਤਾਂ ਹੀ ਧਾਨਸਾਜ ਘੋੜੇ ਤੇ ਚੜ੍ਹ ਕੇ ਆਉਂਦਾ ਨਜ਼ਰੀ ਪਿਆ। ਉਸਦੇ ਮੋਢੇ ਤੇ ਮਰੇ ਹੋਏ 2 ਸ਼ਿਕਰੇ ਸਨ। ਮੈਂ ਇੱਥੇ ਹਾਂ, ਮੁੰਡੇ ਨੇ ਕਿਹਾ। ਧਾਨਸਾਜ ਨੇ ਜਵਾਬ ਦਿੱਤਾ, ਤੈਨੂੰ ਇੱਥੇ ਨਹੀਂ ਸੀ ਹੋਣਾ ਚਾਹੀਦਾ, ਜਾਂ ਫਿਰ ਕੀ ਇਹ ਤੇਰੀ ਹੋਣੀ ਹੈ ਜਿਹੜੀ ਤੈਨੂੰ ਇੱਥੇ ਲੈ ਆਈ ਹੈ? ਕਬੀਲਿਆਂ ਵਿਚਾਲੇ ਲੜਾਈਆਂ ਚੱਲਣ ਕਰ ਮਾਰੂਥਲ ਨੂੰ ਪਾਰ ਕਰ ਸਕਣਾ ਅਸੰਭਵ ਹੈ, ਇਸ ਲਈ ਮੈਂ ਇੱਥੇ ਆਇਆ ਹਾਂ। ਧਾਨਸਾਜ ਘੋੜੇ ਤੋਂ ਉਤਰਿਆ ਤੇ ਮੁੰਡੇ ਨੂੰ ਇਸ਼ਾਰਾ ਕੀਤਾ ਕਿ ਉਹ ਉਸਦੇ ਨਾਲ ਹੀ ਤੰਬੂ ਵਿੱਚ ਦਾਖਲ ਹੋਵੇ। ਇਹ ਤੰਬੂ ਵੀ ਨਖਲਿਸਤਾਨ ਦੇ ਹੋਰ ਤੰਬੂਆਂ ਵਰਗਾ ਹੀ ਸੀ। ਮੁੰਡੇ ਨੇ ਆਲੇ ਦੁਆਲੇ ਭੱਠੀਆਂ ਅਤੇ ਹੋਰ ਸਾਜ਼ ਸਮਾਨ ਦੇਖਣ ਲਈ ਨਜ਼ਰ ਘੁਮਾਈ, ਪਰ ਉਸਨੂੰ ਧਾਨਸਾਜੀ ਦਾ ਕੋਈ ਸਮਾਨ ਦਿਖਾਈ ਨਾ ਦਿੱਤਾ। ਇੱਕ ਪਾਸੇ ਕੁਝ ਕਿਤਾਬਾਂ ਦਾ ਢੇਰ ਸੀ, ਇੱਕ ਛੋਟਾ ਜਿਹਾ ਤੰਦੂਰ ਸੀ ਅਤੇ ਐਸੇ ਕਾਲੀਨ ਸਨ ਜਿਨ੍ਹਾਂ ਤੇ ਅਜੀਬ ਕਿਸਮ ਦੇ ਡਿਜ਼ਾਈਨ ਬਣੇ ਹੋਏ ਸਨ। ਧਾਨਸਾਜ ਕਹਿਣ ਲੱਗਾ, ਬੈਠ ਜਾ, ਅਸੀਂ ਪਹਿਲਾਂ ਕੁਝ ਪੀਵਾਂਗੇ ਅਤੇ ਫਿਰ ਇਹ ਸ਼ਿਕਰੇ ਪਕਾ ਕੇ ਖਾਵਾਂਗੇ। ਮੁੰਡੇ ਨੇ ਮਹਿਸੂਸ ਕੀਤਾ ਕਿ ਇਹ ਉਹੀ ਸ਼ਿਕਰੇ ਸਨ ਜਿਹੜੇ ਉਸਨੇ ਇੱਕ ਦਿਨ ਪਹਿਲਾਂ ਦੇਖੇ ਸਨ, ਪਰ ਉਹ ਕੁਝ ਨਾ ਬੋਲਿਆ। ਧਾਨਸਾਜ ਨੇ ਅੱਗ ਬਾਲੀ ਅਤੇ ਤੁਰੰਤ ਹੀ ਸਾਰੇ ਤੰਬੂ ਵਿੱਚ ਬੜੀ ਖੂਬਸੂਰਤ ਮਹਿਲ ਫੈਲ ਗਈ। ਇਹ ਹੁੱਕਿਆਂ ਦੀ ਮਹਿਕ ਨਾਲੋਂ ਕਿਤੇ ਚੰਗੀ ਸੀ। ਤੁਸੀਂ ਮੈਨੂੰ ਕਿਉਂ ਮਿਲਣਾ ਚਾਹੁੰਦੇ ਸੀ? ਮੁੰਡੇ ਨੇ ਪੁੱਛਿਆ। ਧਾਨਸਾਜ ਦਾ ਜਵਾਬ ਸੀ, ਨਿਸ਼ਾਨੀਆਂ ਕਰਕੇ। ਹਵਾ ਨੇ ਮੈਨੂੰ ਦੱਸਿਆ ਸੀ ਕਿ ਤੂੰ ਆਏਗਾ ਅਤੇ ਤੈਨੂੰ ਮਦਦ ਦੀ ਲੋੜ ਪਵੇਗੀ। ਹਵਾ ਮੇਰੇ ਬਾਰੇ ਨਹੀਂ ਸੀ ਦੱਸ ਰਹੀ, ਇਹ ਤਾਂ ਤੈਨੂੰ ਦੂਜੇ ਵਿਦੇਸ਼ੀ ਬਾਰੇ ਦੱਸ ਰਹੀ ਸੀ ਜਿਹੜਾ ਕਿ ਅੰਗਰੇਜ਼ ਹੈ। ਉਹੀ ਤੈਨੂੰ ਮਿਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਪਹਿਲਾਂ ਹੋਰ ਕੰਮ ਵੀ ਕਰਨੇ ਹਨ, ਫਿਰ ਵੀ ਉਹ ਸਹੀ ਰਸਤੇ ਤੇ ਚੱਲ ਰਿਹਾ ਹੈ। ਉਸਨੂੰ ਮਾਰੂਥਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਪੈਣੀ ਹੈ। ਅਤੇ ਮੇਰਾ ਕੀ ਹੋਏਗਾ? ਜਦੋਂ ਕੋਈ ਬੰਦਾ ਸੱਚਮੁੱਚ ਹੀ ਕਿਸੇ ਚੀਜ਼ ਦੀ ਇੱਛਾ ਰੱਖੇ ਤਾਂ ਸਾਰੀ ਕਾਇਨਾਤ ਹੀ ਉਸ ਬੰਦੇ ਦੇ ਸੁਪਨੇ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਸਾਜ਼ਿਸ਼ ਰਚਦੀ ਹੈ। ਧਾਨਸਾਜ ਨੇ ਉਹੀ ਗੱਲ ਕਹੀ ਜਿਹੜੀ ਬੁੱਢੇ ਬਾਦਸ਼ਾਹ ਨੇ ਵੀ ਕਿਸੇ ਵੇਲੇ ਕਹੀ ਸੀ। ਮੁੰਡਾ ਸਮਝ ਗਿਆ, ਉਸ ਦੀ ਹੋਣੀ ਦੀ ਪ੍ਰਾਪਤੀ ਵਿੱਚ ਮਦਦ ਕਰਨ ਲਈ ਇੱਕ ਹੋਰ ਸ਼ਖਸ ਮੌਜੂਦ ਸੀ। ਕੀ ਤੁਸੀਂ ਮੈਨੂੰ ਹਿਦਾਇਤਾਂ ਦੇਵੋਗੇ? ਨਹੀਂ,
ਜੋ ਕੁਝ ਵੀ ਤੈਨੂੰ ਜਾਣਨਾ ਚਾਹੀਦਾ ਹੈ ਤੈਨੂੰ ਉਸ ਦਾ ਪਹਿਲਾਂ ਹੀ ਪਤਾ ਹੈ। ਮੈਂ ਤਾਂ ਸਿਰਫ ਖਜ਼ਾਨੇ ਵੱਲ ਦੀ ਦਿਸ਼ਾ ਹੀ ਤੈਨੂੰ ਦੱਸਣੀ ਹੈ। ਪਰ ਕਬੀਲਿਆਂ ਵਿਚਾਲੇ ਤਾਂ ਜੰਗ ਚੱਲ ਰਹੀ ਹੈ, ਮੁੰਡੇ ਨੇ ਦੁਹਰਾਇਆ। ਮੈਨੂੰ ਪਤਾ ਹੈ ਕਿ ਮਾਰੂਥਲ ਵਿੱਚ ਕੀ ਵਾਪਰ ਰਿਹਾ ਹੈ। ਮੈਨੂੰ ਤਾਂ ਆਪਣਾ ਖਜ਼ਾਨਾ ਮਿਲ ਵੀ ਚੁੱਕਾ ਹੈ। ਮੇਰੇ ਕੋਲ ਇੱਕ ਊਠ ਹੈ, ਸ਼ੀਸ਼ੇ ਦੀ ਦੁਕਾਨ ਤੇ ਕਮਾਏ ਪੈਸੇ ਹਨ ਅਤੇ ਸੋਨੇ ਦੀਆਂ 50 ਮੋਹਰਾਂ। ਆਪਣੇ ਦੇਸ਼ ਵਿੱਚ ਮੈਂ ਅਮੀਰ ਆਦਮੀ ਸਮਝਿਆ ਜਾਵਾਂਗਾ। ਪਰ ਇਹਨਾਂ ਵਿੱਚੋਂ ਕੋਈ ਵੀ ਚੀਜ਼ ਪਿਰਾਮਿਡਾਂ ਤੋਂ ਨਹੀਂ ਹੈ, ਤਾਂਸਾਜ ਨੇ ਕਿਹਾ। ਮੇਰੇ ਕੋਲ ਫਾਤਮਾ ਹੈ, ਉਹ ਮੇਰੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਨਾਲੋਂ ਸਭ ਤੋਂ ਵੱਡਾ ਖਜ਼ਾਨਾ ਹੈ। ਉਹ ਵੀ ਤਾਂ ਪਿਰਾਮਿਡਾਂ ਤੋਂ ਨਹੀਂ ਨਾ ਲੱਭੀ ਹੋਈ। ਉਹ ਚੁੱਪ ਚਪੀਤੇ ਬੈਠੇ ਖਾਂਦੇ ਰਹੇ। ਤਾਨਸਾਜ ਨੇ ਇੱਕ ਬੋਤਲ ਖੋਲ੍ਹੀ ਅਤੇ ਉਸ ਵਿੱਚ ਲਾਲ ਰੰਗ ਦਾ ਕੋਈ ਤਰਲ ਮੁੰਡੇ ਦੇ ਕੱਪ ਵਿੱਚ ਪਾਇਆ। ਉਸਨੇ ਹੁਣ ਤੱਕ ਜਿੰਨੀਆਂ ਵੀ ਸ਼ਰਾਬਾਂ ਪੀਤੀਆਂ ਸਨ, ਇਹ ਉਹਨਾਂ ਵਿੱਚੋਂ ਸਭ ਤੋਂ ਵੱਧ ਸਵਾਦਲੀ ਸੀ। ਕੀ ਇੱਥੇ ਸ਼ਰਾਬ ਪੀਣ 'ਤੇ ਪਾਬੰਦੀ ਨਹੀਂ? ਤਾਨਸਾਜ ਨੇ ਕਿਹਾ। ਜੋ ਚੀਜ਼ ਬੰਦਿਆਂ ਦੇ ਮੂੰਹਾਂ ਅੰਦਰ ਦਾਖਲ ਹੁੰਦੀ ਹੈ ਉਹ ਮਾੜੀ ਨਹੀਂ ਹੁੰਦੀ। ਮਾੜੀ ਤਾਂ ਉਹ ਚੀਜ਼ ਹੁੰਦੀ ਹੈ ਜਿਹੜੀ ਉਹਨਾਂ ਦੇ ਮੂੰਹਾਂ ਵਿੱਚੋਂ ਬਾਹਰ ਨਿਕਲਦੀ ਹੈ। ਤਾਨਸਾਜ ਪਹਿਲਾਂ ਕੁਝ ਅਖੜ ਜਿਹਾ ਮਹਿਸੂਸ ਹੁੰਦਾ ਸੀ, ਪਰ ਜਿਉਂ ਹੀ ਮੁੰਡੇ ਨੇ ਸ਼ਰਾਬ ਪੀਤੀ ਉਸਨੇ ਰਾਹਤ ਮਹਿਸੂਸ ਕੀਤੀ। ਖਾਣਾ ਖਾਣ ਤੋਂ ਬਾਅਦ ਉਹ ਤੰਬੂ ਦੇ ਬਾਹਰ ਚਾਨਣੀ ਵਿੱਚ ਬੈਠ ਗਏ, ਜਿਹੜੀ ਇੰਨੀ ਰੌਸ਼ਨ ਸੀ ਕਿ ਉਸਦੇ ਸਾਹਮਣੇ ਤਾਰੇ ਵੀ ਪੀਲੇ ਪੈ ਜਾਣ। ਇਹ ਵੇਖਦੇ ਹੋਏ ਮੁੰਡਾ ਪਹਿਲਾਂ ਨਾਲੋਂ ਖੁਸ਼ ਨਜ਼ਰ ਆ ਰਿਹਾ ਸੀ। ਤਾਨਸਾਜ ਨੇ ਕਿਹਾ, ਖਾਓ ਪੀਓ ਤੇ ਮੌਜ ਕਰੋ। ਅੱਜ ਦੀ ਰਾਤ ਆਰਾਮ ਕਰ। ਇਉਂ ਮਹਿਸੂਸ ਕਰ ਜਿਵੇਂ ਕੋਈ ਲੜਾਕਾ ਜੰਗ ਦੀ ਤਿਆਰੀ ਕਰ ਰਿਹਾ ਹੋਵੇ। ਇਹ ਗੱਲ ਚੇਤੇ ਰੱਖ ਕਿ ਤੇਰਾ ਦਿਲ ਜਿੱਥੇ ਮਰਜ਼ੀ ਹੋਵੇ ਉੱਥੇ ਹੀ ਤੂੰ ਆਪਣਾ ਖਜ਼ਾਨਾ ਲੱਭ ਲਵੇਂਗਾ। ਤੈਨੂੰ ਆਪਣਾ ਖਜ਼ਾਨਾ ਲੱਭਣਾ ਹੀ ਪੈਣਾ ਹੈ ਤਾਂ ਕਿ ਜੋ ਕੁਝ ਵੀ ਤੂੰ ਰਸਤੇ ਵਿੱਚ ਸਿੱਖਿਆ ਹੈ ਉਸਦੇ ਕੋਈ ਅਰਥ ਬਣ ਸਕਣ। ਕੱਲ ਨੂੰ ਆਪਣਾ ਊਠ ਵੇਚ ਦੇ ਤੇ ਘੋੜਾ ਖਰੀਦ ਲੈ। ਊਠ ਬਹੁਤ ਧੋਖੇਬਾਜ਼ ਹੁੰਦੇ ਹਨ। ਉਹ ਹਜ਼ਾਰਾਂ ਕਦਮ ਤੁਰਦੇ ਰਹਿੰਦੇ ਹਨ ਅਤੇ ਇਉਂ ਲੱਗਣ ਲੱਗਦਾ ਹੈ ਕਿ ਉਹ ਕਦੇ ਵੀ ਨਹੀਂ ਥੱਕਣਗੇ, ਪਰ ਅਚਨਚੇਤ ਹੀ ਉਹ ਗੋਡਿਆਂ ਭਾਰ ਡਿੱਗਦੇ ਹਨ ਤੇ ਮਰ ਜਾਂਦੇ ਹਨ। ਇਸ ਦੇ ਮੁਕਾਬਲੇ ਘੋੜੇ ਹੌਲੀ-ਹੌਲੀ ਥੱਕਦੇ ਹਨ। ਤੁਹਾਨੂੰ ਪਤਾ ਹੁੰਦਾ ਹੈ ਕਿ ਤੁਸੀਂ ਉਹਨਾਂ ਤੇ ਕਿੰਨਾ ਬੋਝ ਪਾਉਣਾ ਹੈ ਅਤੇ ਇਹ ਵੀ ਕਿ ਉਹ ਕਦੋਂ ਮਰਨ ਵਾਲੇ ਹਨ। ਅਗਲਾ ਅੰਕ। ਅਗਲੀ ਰਾਤ ਮੁੰਡਾ ਇੱਕ ਘੋੜਾ ਲੈ ਕੇ ਤਾਨਸਾਜ ਦੇ ਤੰਬੂ ਪਹੁੰਚਿਆ। ਤਾਨਸਾਜ ਵੀ ਤਿਆਰ ਸੀ। ਉਹ ਆਪਣੇ ਘੋੜੇ ਤੇ ਚੜ੍ਹਿਆ ਤੇ ਆਪਣੇ ਖੱਬੇ ਮੋਢੇ ਤੇ ਇੱਕ ਬਾਜ ਰੱਖ ਲਿਆ। ਉਸਨੇ ਮੁੰਡੇ ਨੂੰ ਕਿਹਾ, ਤੂੰ ਮੈਨੂੰ ਇਹ ਦੱਸਣਾ ਹੈ ਕਿ ਮਾਰੂਥਲ ਵਿੱਚ ਜ਼ਿੰਦਗੀ ਕਿਸ ਥਾਂ ਹੈ। ਜਿਹੜੇ ਲੋਕ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਦੇਖ ਸਕਦੇ ਹਨ ਉਹੀ ਲੋਕ ਹੀ ਖਜ਼ਾਨਾ ਲੱਭ ਸਕਦੇ ਹਨ। ਉਹ ਚੰਨ ਦੀ ਚਾਨਣੀ ਵਿੱਚ ਰਸਤਾ ਦੇਖਦੇ ਹੋਏ ਰੇਤੇ ਵਿੱਚ ਚੱਲ ਨਿਕਲੇ। ਮੁੰਡੇ ਨੇ ਸੋਚਿਆ, ਪਤਾ ਨਹੀਂ ਮੈਂ ਮਾਰੂਥਲ ਵਿੱਚ ਜ਼ਿੰਦਗੀ ਦੀ ਕੋਈ ਨਿਸ਼ਾਨੀ ਲੱਭ ਸਕਾਂਗਾ ਜਾਂ ਨਹੀਂ। ਮੈਂ ਹਾਲੇ ਤੱਕ ਮਾਰੂਥਲ ਨੂੰ ਚੰਗੀ ਤਰ੍ਹਾਂ ਜਾਣਦਾ ਵੀ ਨਹੀਂ। ਉਹ ਤਾਨਸਾਜ ਨੂੰ ਇਹੀ ਗੱਲ ਦੱਸਣੀ ਚਾਹੁੰਦਾ ਸੀ ਪਰ ਉਸ ਕੋਲੋਂ ਡਰਦਾ ਸੀ। ਉਹ ਉਸ ਪਥਰੀਲੇ ਇਲਾਕੇ ਵਿੱਚ ਪਹੁੰਚੇ ਜਿੱਥੇ ਮੁੰਡੇ ਨੇ ਅਸਮਾਨ ਵਿੱਚ ਸ਼ਿਕਰੇ ਦੇਖੇ ਸਨ, ਪਰ ਹੁਣ ਤਾਂ ਸਿਰਫ ਚੁੱਪ ਸੀ ਅਤੇ ਹਵਾ ਸੀ। ਮੁੰਡਾ ਕਹਿਣ ਲੱਗਾ, ਮੈਂ ਨਹੀਂ ਜਾਣਦਾ ਕਿ ਮਾਰੂਥਲ ਵਿੱਚ ਜ਼ਿੰਦਗੀ ਕਿਵੇਂ ਲੱਭਣੀ ਹੈ। ਮੈਂ ਜਾਣਦਾ ਹਾਂ ਕਿ ਇੱਥੇ ਕਿਤੇ ਨਾ ਕਿਤੇ ਜ਼ਿੰਦਗੀ ਹੈ, ਪਰ ਮੈਨੂੰ ਪਤਾ ਨਹੀਂ ਕਿ ਇਹ ਕਿੱਥੇ ਲੱਭਣੀ ਹੈ। ਜ਼ਿੰਦਗੀ ਹੀ ਜ਼ਿੰਦਗੀ ਨੂੰ ਖਿੱਚਦੀ ਹੈ, ਤਾਨਸਾਜ ਨੇ ਜਵਾਬ ਦਿੱਤਾ। ਅਤੇ ਫਿਰ ਮੁੰਡੇ ਨੂੰ ਸਮਝ ਆ ਗਈ ਕਿ ਉਸਨੇ ਘੋੜੇ ਦੀਆਂ ਵਾਂਗਾਂ ਢਿੱਲੀਆਂ ਛੱਡ ਦਿੱਤੀਆਂ, ਜਿਹੜਾ ਪੱਥਰਾਂ ਅਤੇ ਰੇਤੇ ਤੇ ਦੌੜਨ ਲੱਗਾ। ਮੁੰਡੇ ਦਾ ਘੋੜਾ ਕਰੀਬ ਅੱਧੇ ਘੰਟੇ ਤੱਕ ਦੌੜਦਾ ਰਿਹਾ ਅਤੇ ਤਾਨਸਾਜ ਉਸਦੇ ਮਗਰ ਆਉਂਦਾ ਰਿਹਾ। ਹੁਣ ਉਹਨਾਂ ਨੂੰ ਨਖਲਿਸਤਾਨ ਦੀਆਂ ਖੰਜੂਰਾਂ ਦਿਖਾਈ ਨਹੀਂ ਸਨ ਦਿੰਦੀਆਂ। ਉਹਨਾਂ ਦੇ ਸਿਰ ਤੇ ਇੱਕ ਵੱਡਾ ਚੰਦਰਮਾ ਚਮਕ ਰਿਹਾ ਸੀ ਅਤੇ ਇਸ ਦੀਆਂ ਸੁਨਹਿਰੀ ਕਿਰਨਾਂ ਨਾਲ ਮਾਰੂਥਲ ਦੇ ਪੱਥਰ ਲਿਸ਼ਕ ਰਹੇ ਸਨ। ਅਚਨਚੇਤ ਬਿਨਾਂ ਕਾਰਨ ਹੀ ਮੁੰਡੇ ਦਾ ਘੋੜਾ ਹੌਲੀ ਹੋਣਾ ਸ਼ੁਰੂ ਹੋ ਗਿਆ। ਮੁੰਡੇ ਨੇ ਤਾਨਸਾਜ ਨੂੰ ਕਿਹਾ, ਇੱਥੇ ਕਿਤੇ ਨਾ ਕਿਤੇ ਜ਼ਿੰਦਗੀ ਹੈ। ਮੈਨੂੰ ਤਾਂ ਮਾਰੂਥਲ ਦੀ ਭਾਸ਼ਾ ਦਾ ਨਹੀਂ ਪਤਾ, ਪਰ ਮੇਰੇ ਘੋੜੇ ਨੂੰ ਜ਼ਿੰਦਗੀ ਦੀ ਭਾਸ਼ਾ ਦਾ ਪਤਾ ਹੈ। ਉਹ ਘੋੜਿਆਂ ਤੋਂ ਉਤਰੇ ਅਤੇ ਤਾਨਸਾਜ ਨੇ ਕੁਝ ਨਾ ਕਿਹਾ। ਹੌਲੀ-ਹੌਲੀ ਅੱਗੇ ਵਧਦੇ ਹੋਏ ਉਹਨਾਂ ਪੱਥਰਾਂ ਵਿੱਚ ਭਾਲ ਕੀਤੀ। ਅਚਨਚੇਤ ਹੀ ਤਾਨਸਾਜ ਰੁਕ ਗਿਆ ਅਤੇ ਜ਼ਮੀਨ ਤੇ ਝੁਕ ਗਿਆ। ਪੱਥਰਾਂ ਦੇ ਵਿੱਚ ਹੀ ਜ਼ਮੀਨ ਵਿੱਚ ਇੱਕ ਖੁੱਡ ਦਿਖਾਈ ਦਿੱਤੀ। ਤਾਨਸਾਜ ਨੇ ਆਪਣਾ ਹੱਥ ਇਸ ਖੁੱਡ ਵਿੱਚ ਪਾਇਆ, ਫਿਰ ਆਪਣੀ ਸਾਰੀ ਬਾਂਹ ਪਾਈ ਅਤੇ ਮੋਢੇ ਤੱਕ ਅੰਦਰ ਕਰ ਦਿੱਤੀ। ਅੰਦਰ ਕੋਈ ਚੀਜ਼ ਹਿਲਜੁਲ ਰਹੀ ਸੀ ਅਤੇ ਤਾਨਸਾਜ ਦੀਆਂ ਅੱਖਾਂ ਮੁੰਡੇ ਨੂੰ ਸਿਰਫ ਉਸ ਦੀਆਂ ਅੱਖਾਂ ਹੀ ਦਿਖਾਈ ਦਿੰਦੀਆਂ ਸਨ, ਸੁੰਗੜ ਰਹੀਆਂ ਸਨ। ਖੁੱਡ ਵਿੱਚ ਜੋ ਕੋਈ ਵੀ ਚੀਜ਼ ਸੀ ਉਸਨੂੰ ਫੜਨ ਲਈ ਉਸਦਾ ਹੱਥ ਹਰਕਤ ਕਰਦਾ ਮਹਿਸੂਸ ਹੋ ਰਿਹਾ ਸੀ। ਅਚਨਚੇਤ ਹੀ ਮੁੰਡੇ ਨੂੰ ਹੈਰਾਨ ਕਰਨ ਵਾਲੀ ਤੇਜ਼ੀ ਨਾਲ ਉਹਨੇ ਆਪਣੀ ਬਾਂਹ ਖੁੱਡ ਚੋਂ ਬਾਹਰ ਕੱਢੀ ਅਤੇ ਆਪਣੇ ਪੈਰਾਂ ਤੇ ਖੜਾ ਹੋ ਗਿਆ। ਉਸਦੇ ਹੱਥ ਵਿੱਚ ਇੱਕ ਸੱਪ ਸੀ ਜਿਸਨੂੰ ਉਸਨੇ ਉਸਦੀ ਪੂਛ ਤੋਂ ਫੜਿਆ ਹੋਇਆ ਸੀ।
ਮੁੰਡੇ ਨੇ ਵੀ ਛਾਲ ਮਾਰੀ, ਪਰ ਉਹ ਛਾਲ ਮਾਰ ਕੇ ਧਾਨਸਾਜ ਤੋਂ ਪਰੇ ਹੋ ਗਿਆ। ਸੱਪ ਬੜੇ ਜ਼ੋਰ ਨਾਲ ਬਚਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਫੁੰਕਾਰੇ ਮਾਰ ਰਿਹਾ ਸੀ, ਜਿਸ ਨਾਲ ਮਾਰੂਥਲ ਦੀ ਚੁੱਪ ਭੰਗ ਹੋ ਰਹੀ ਸੀ। ਇਹ ਫਨੀਅਰ ਸੱਪ ਸੀ ਜਿਸ ਦੀ ਜ਼ਹਿਰ ਨਾਲ ਬੰਦਾ ਮਿੰਟਾਂ ਵਿੱਚ ਹੀ ਮਰ ਸਕਦਾ ਹੈ। ਇਹਦੀ ਜ਼ਹਿਰ ਤੋਂ ਬਚ ਕੇ ਰਹੀ, ਮੁੰਡੇ ਨੇ ਕਿਹਾ। ਪਰ ਹਾਲਾਂਕਿ ਧਾਨਸਾਜ ਨੇ ਆਪਣਾ ਹੱਥ ਖੁੱਡ ਵਿੱਚ ਪਾਇਆ ਸੀ ਅਤੇ ਜ਼ਰੂਰ ਹੀ ਸੱਪ ਨੇ ਉਸ 'ਤੇ ਡੰਗ ਮਾਰਿਆ ਹੋਏਗਾ, ਫਿਰ ਵੀ ਉਹ ਬੜਾ ਸ਼ਾਂਤ ਦਿਖਾਈ ਦਿੰਦਾ ਸੀ। ਅੰਗਰੇਜ਼ ਨੇ ਉਸ ਨੂੰ ਦੱਸਿਆ ਸੀ ਧਾਨਸਾਜ ਦੀ ਉਮਰ 200 ਸਾਲ ਹੈ। ਉਸ ਨੂੰ ਪਤਾ ਹੀ ਹੋਏਗਾ ਕਿ ਮਾਰੂਥਲ ਦੇ ਸੱਪਾਂ ਨਾਲ ਕਿਵੇਂ ਸਿੰਜੀਦਾ ਹੈ। ਮੁੰਡੇ ਨੇ ਦੇਖਿਆ ਕਿ ਧਾਨਸਾਜ ਆਪਣੇ ਘੋੜੇ ਕੋਲ ਗਿਆ ਤੇ ਖੰਜਰ ਕੱਢ ਲਈ। ਇਸ ਦੀ ਨੋਕ ਨਾਲ ਉਸਨੇ ਰੇਤੇ ਤੇ ਇੱਕ ਗੋਲ ਦਾਇਰਾ ਬਣਾਇਆ ਤੇ ਸੱਪ ਨੂੰ ਉਸ ਦੇ ਅੰਦਰ ਰੱਖ ਦਿੱਤਾ। ਸੱਪ ਇੱਕਦਮ ਹੀ ਸ਼ਾਂਤ ਹੋ ਗਿਆ। ਧਾਨਸਾਜ ਕਹਿਣ ਲੱਗਾ, ਚਿੰਤਾ ਦੀ ਕੋਈ ਗੱਲ ਨਹੀਂ, ਉਹ ਇਸ ਦਾਇਰੇ ਵਿੱਚੋਂ ਬਾਹਰ ਨਹੀਂ ਨਿਕਲੇਗਾ। ਤੂੰ ਮਾਰੂਥਲ ਵਿੱਚੋਂ ਜ਼ਿੰਦਗੀ ਦੀ ਭਾਲ ਕਰ ਲਈ ਹੈ ਅਤੇ ਮੈਨੂੰ ਇਸੇ ਨਿਸ਼ਾਨੀ ਦੀ ਹੀ ਲੋੜ ਸੀ। ਪਰ ਇਸ ਦੀ ਐਨੀ ਕੀ ਅਹਿਮੀਅਤ ਹੈ, ਕਿਉਂਕਿ ਪਿਰਾਮਿਡਾਂ ਦੇ ਆਲੇ ਦੁਆਲੇ ਮਾਰੂਥਲ ਹੀ ਮਾਰੂਥਲ ਹੈ। ਮੁੰਡੇ ਦੀ ਪਿਰਾਮਿਡਾਂ ਬਾਰੇ ਗੱਲ ਕਰਨ ਦੀ ਇੱਛਾ ਨਹੀਂ ਸੀ। ਉਸ ਦਾ ਦਿਲ ਭਾਰੀ ਸੀ ਅਤੇ ਕੱਲ੍ਹ ਰਾਤ ਤੋਂ ਹੀ ਉਹ ਹਲਕੀ ਜਿਹੀ ਉਦਾਸੀ ਮਹਿਸੂਸ ਕਰ ਰਿਹਾ ਸੀ। ਖਜ਼ਾਨੇ ਦੀ ਭਾਲ ਜਾਰੀ ਰੱਖਣ ਦਾ ਮਤਲਬ ਇਹ ਸੀ ਕਿ ਉਸਨੂੰ ਫਾਤਮਾ ਨੂੰ ਪਿੱਛੇ ਛੱਡਣਾ ਪੈਣਾ ਸੀ। ਮੈਂ ਮਾਰੂਥਲ ਪਾਰ ਕਰਨ ਵਿੱਚ ਤੇਰੀ ਅਗਵਾਈ ਕਰਾਂਗਾ, ਧਾਨਸਾਜ ਨੇ ਕਿਹਾ। ਮੁੰਡੇ ਨੇ ਜਵਾਬ ਦਿੱਤਾ, ਮੈਂ ਨਕਲੀਸਤਾਨ ਵਿੱਚ ਰਹਿਣਾ ਚਾਹੁੰਦਾ ਹਾਂ। ਮੈਨੂੰ ਫਾਤਮਾ ਲੱਭ ਪਈ ਹੈ ਅਤੇ ਜਿੱਥੋਂ ਤੱਕ ਮੇਰਾ ਸਬੰਧ ਹੈ, ਮੇਰੇ ਲਈ ਉਹ ਹੋਰ ਕਿਸੇ ਵੀ ਖਜ਼ਾਨੇ ਨਾਲੋਂ ਵੱਧ ਕੀਮਤੀ ਹੈ। ਧਾਨਸਾਜ ਨੇ ਜਵਾਬ ਦਿੱਤਾ, ਫਾਤਮਾ ਮਾਰੂਥਲ ਦੀ ਔਰਤ ਹੈ। ਉਹ ਜਾਣਦੀ ਹੈ ਕਿ ਮਰਦਾਂ ਨੂੰ ਜਾਣਾ ਹੀ ਪੈਂਦਾ ਹੈ ਤਾਂ ਕਿ ਉਹ ਵਾਪਸ ਪਰਤ ਸਕਣ, ਅਤੇ ਉਸਨੂੰ ਤਾਂ ਪਹਿਲਾਂ ਹੀ ਉਸਦਾ ਖਜ਼ਾਨਾ ਮਿਲ ਚੁੱਕਾ ਹੈ। ਇਹ ਖਜ਼ਾਨਾ ਤੂੰ ਹੈ। ਹੁਣ ਉਹ ਆਸ ਕਰੇਗੀ ਕਿ ਤੂੰ ਇਸ ਚੀਜ਼ ਨੂੰ ਜ਼ਰੂਰ ਲੱਭੇ ਜਿਸ ਦੀ ਤੂੰ ਭਾਲ ਕਰ ਰਿਹਾ ਹੈ। ਪਰ ਜੇ ਮੈਂ ਇੱਥੇ ਰੁਕਣ ਦਾ ਫੈਸਲਾ ਕਰ ਲਵਾਂ, ਮੈਂ ਤੈਨੂੰ ਦੱਸਦਾ ਕਿ ਕੀ ਹੋਵੇਗਾ। ਤੂੰ ਨਕਲੀਸਤਾਨ ਦਾ ਸਲਾਹਕਾਰ ਹੋਵੇਂਗਾ। ਤੇਰੇ ਕੋਲ ਇੰਨਾ ਸੋਨਾ ਹੈ ਕਿ ਤੂੰ ਬਹੁਤ ਸਾਰੀਆਂ ਭੇਡਾਂ ਤੇ ਬਹੁਤ ਸਾਰੇ ਊਠ ਖਰੀਦ ਸਕਦਾ ਹੈ। ਤੂੰ ਫਾਤਮਾ ਨਾਲ ਨਿਕਾਹ ਕਰਵਾ ਲਵੇਂਗਾ ਅਤੇ ਤੁਸੀਂ ਦੋਵੇਂ ਸਾਲ ਭਰ ਲਈ ਬਹੁਤ ਖੁਸ਼ ਰਹੋਗੇ। ਤੈਨੂੰ ਮਾਰੂਥਲ ਨਾਲ ਪਿਆਰ ਕਰਨਾ ਆ ਜਾਵੇਗਾ ਤੇ ਤੈਨੂੰ 50,000 ਖੰਜੂਰਾਂ ਦੇ ਦਰਖਤਾਂ ਵਿੱਚੋਂ ਹਰੇਕ ਦੀ ਜਾਣਕਾਰੀ ਮਿਲ ਜਾਏਗੀ। ਤੂੰ ਉਹਨਾਂ ਨੂੰ ਵਧਦਿਆਂ ਦੇਖੇਂਗਾ ਤੇ ਮਹਿਸੂਸ ਕਰੇਂਗਾ ਕਿ ਕਿਵੇਂ ਸੰਸਾਰ ਹਰ ਵੇਲੇ ਬਦਲਦਾ ਰਹਿੰਦਾ ਹੈ। ਫਿਰ ਤੂੰ ਨਿਸ਼ਾਨੀਆਂ ਨੂੰ ਸਮਝਣ ਦੇ ਮਾਮਲੇ ਵਿੱਚ ਲਗਾਤਾਰ ਮੁਹਾਰਤ ਹਾਸਲ ਕਰਦਾ ਜਾਵੇਂਗਾ, ਕਿਉਂਕਿ ਮਾਰੂਥਲ ਤੋਂ ਵੱਡਾ ਹੋਰ ਕੋਈ ਸਿੱਖਿਅਕ ਨਹੀਂ। ਦੂਜੇ ਸਾਲ ਦੌਰਾਨ ਕਿਸੇ ਸਮੇਂ ਤੈਨੂੰ ਖਜ਼ਾਨੇ ਦੀ ਯਾਦ ਆਏਗੀ। ਨਿਸ਼ਾਨੀਆਂ ਇਸ ਖਜ਼ਾਨੇ ਬਾਰੇ ਲਗਾਤਾਰ ਬੋਲਣ ਲੱਗਣਗੀਆਂ ਅਤੇ ਤੂੰ ਇਹਨਾਂ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰੇਂਗਾ। ਤੂੰ ਆਪਣੇ ਗਿਆਨ ਦੀ ਵਰਤੋਂ ਨਕਲੀਸਤਾਨ ਅਤੇ ਇਸ ਦੇ ਵਸਨੀਕਾਂ ਦੀ ਭਲਾਈ ਲਈ ਕਰੇਂਗਾ। ਕਬੀਲੇ ਦੇ ਮੁਖੀ ਤੇਰੇ ਕੰਮ ਦੀ ਸਰਾਹਨਾ ਕਰਨਗੇ ਅਤੇ ਤੇਰੇ ਊਠ ਤੈਨੂੰ ਹੋਰ ਦੌਲਤ ਅਤੇ ਸੱਤਾ ਲਿਆ ਕੇ ਦੇਣਗੇ। ਤੀਜੇ ਸਾਲ ਨਿਸ਼ਾਨੀਆਂ ਹਜੇ ਵੀ ਤੇਰੇ ਖਜ਼ਾਨੇ ਵੱਲ ਅਤੇ ਤੇਰੀ ਹੋਣੀ ਵੱਲ ਸੰਕੇਤ ਕਰਨਾ ਜਾਰੀ ਰੱਖਣਗੀਆਂ। ਤੂੰ ਹਰ ਰਾਤ ਹੀ ਨਕਲੀਸਤਾਨ ਵਿੱਚ ਚੱਕਰ ਕੱਢਦਾ ਰਹੇਂਗਾ ਅਤੇ ਫਾਤਮਾ ਇਸ ਗੱਲ ਤੋਂ ਦੁਖੀ ਹੋਵੇਗੀ ਕਿਉਂਕਿ ਉਹ ਮਹਿਸੂਸ ਕਰੇਗੀ ਕਿ ਉਸਨੇ ਹੀ ਤੈਨੂੰ ਤੇਰੀ ਭਾਲ ਦੇ ਰਸਤੇ ਵਿੱਚੋਂ ਭਟਕਾਇਆ ਹੈ। ਤੂੰ ਉਸਨੂੰ ਪਿਆਰ ਕਰੇਂਗਾ ਅਤੇ ਉਹ ਵੀ ਤੈਨੂੰ ਪਿਆਰ ਕਰੇਗੀ। ਤੈਨੂੰ ਚੇਤੇ ਆਏਗਾ ਕਿ ਉਸਨੇ ਤਾਂ ਤੈਨੂੰ ਰੁਕਣ ਲਈ ਨਹੀਂ ਸੀ ਕਿਹਾ, ਕਿਉਂਕਿ ਮਾਰੂਥਲ ਦੀ ਔਰਤ ਨੂੰ ਪਤਾ ਹੈ ਕਿ ਉਸਨੇ ਆਪਣੇ ਮਰਦ ਦੀ ਉਡੀਕ ਕਰਨੀ ਹੈ। ਇਸ ਲਈ ਤੂੰ ਉਸਨੂੰ ਦੋਸ਼ ਨਹੀਂ ਦੇ ਸਕੇਂਗਾ। ਪਰ ਕਈ ਵਾਰ ਤੂੰ ਮਾਰੂਥਲ ਦੀ ਰੇਤ ਤੇ ਚੱਕਰ ਕੱਟਦਾ ਹੋਇਆ ਸੋਚੇਂਗਾ ਕਿ ਤੈਨੂੰ ਚਲੇ ਜਾਣਾ ਚਾਹੀਦਾ ਸੀ, ਕਿ ਤੈਨੂੰ ਫਾਤਮਾ ਲਈ ਆਪਣੇ ਪਿਆਰ ਵਿੱਚ ਵਧੇਰੇ ਭਰੋਸਾ ਹੋਣਾ ਚਾਹੀਦਾ ਸੀ। ਇੱਕ ਗੱਲ ਚੇਤੇ ਰੱਖ ਕੇ ਨਕਲੀਸਤਾਨ ਵਿੱਚ ਤੂੰ ਆਪਣੇ ਇਸ ਡਰ ਕਾਰਨ ਰੁਕੇਂਗਾ ਕਿ ਤੂੰ ਖਬਰੇ ਕਦੇ ਵੀ ਵਾਪਸ ਨਾ ਆ ਸਕੇ। ਇਸ ਸਮੇਂ ਤੱਕ ਆਉਂਦੇ ਆਉਂਦੇ ਨਿਸ਼ਾਨੀਆਂ ਤੈਨੂੰ ਦੱਸਣਗੀਆਂ ਕਿ ਤੇਰਾ ਖਜ਼ਾਨਾ ਸਦਾ ਲਈ ਜ਼ਮੀਨ ਹੇਠਾਂ ਦੱਬਿਆ ਜਾ ਚੁੱਕਾ ਹੈ। ਫਿਰ ਚੌਥੇ ਸਾਲ ਦੌਰਾਨ ਕਿਸੇ ਸਮੇਂ ਨਿਸ਼ਾਨੀਆਂ ਤੈਨੂੰ ਦਿਖਾਈ ਦੇਣੀਆਂ ਬੰਦ ਕਰ ਦੇਣਗੀਆਂ, ਕਿਉਂਕਿ ਉਦੋਂ ਤੱਕ ਤੂੰ ਇਹਨਾਂ ਨੂੰ ਸੁਣਨਾ ਛੱਡ ਜਾਵੇਂਗਾ। ਕਬਾਇਲੀ ਮੁਖੀਆਂ ਨੂੰ ਇਸ ਦਾ ਪਤਾ ਲੱਗ ਜਾਏਗਾ ਅਤੇ ਉਹ ਤੈਨੂੰ ਸਲਾਹਕਾਰ ਦੇ ਅਹੁਦੇ ਤੋਂ ਹਟਾ ਦੇਣਗੇ। ਪਰ ਉਦੋਂ ਤੱਕ ਤੂੰ ਅਮੀਰ ਵਪਾਰੀ ਹੋ ਚੁੱਕਾ ਹੋਵੇਂਗਾ ਤੇ ਤੇਰੇ ਕੋਲ ਬਹੁਤ ਸਾਰੇ ਊਠ ਅਤੇ ਬਹੁਤ ਵੱਡਾ ਕਾਰੋਬਾਰ ਹੋਵੇਗਾ। ਬਾਕੀ ਦੇ ਦਿਨ ਤੂੰ ਇਹ ਜਾਣਦੇ ਹੋਏ ਬਿਤਾਵੇਂਗਾ ਕਿ ਤੂੰ ਆਪਣੀ ਹੋਣੀ ਦੀ ਭਾਲ ਨਹੀਂ ਸੀ ਕਰ ਸਕਿਆ ਅਤੇ ਹੁਣ ਅਜਿਹਾ ਕਰਨ ਦਾ ਸਮਾਂ ਨਹੀਂ ਰਹਿ ਗਿਆ। ਤੈਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਪਿਆਰ ਕਦੇ ਵੀ ਬੰਦੇ ਨੂੰ ਉਸਦੀ ਹੋਣੀ ਦੀ ਭਾਲ ਕਰਨ ਦੇ ਯਤਨਾਂ ਤੋਂ ਨਹੀਂ ਰੋਕਦਾ।
ਜੇ ਬੰਦਾ ਇਸ ਕਾਰਨ ਹੀ ਆਪਣੀ ਹੋਣੀ ਦੀ ਭਾਲ ਛੱਡ ਦੇਵੇ ਤਾਂ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਸ ਦਾ ਪਿਆਰ ਸੱਚਾ ਨਹੀਂ ਸੀ। ਉਹ ਪਿਆਰ ਐਸਾ ਨਹੀਂ ਸੀ ਜਿਹੜਾ ਸੰਸਾਰ ਦੀ ਸਰਵਉੱਤਮ ਭਾਸ਼ਾ ਬੋਲਦਾ ਹੋਵੇ। ਤਾਨਸਾਜ ਨੇ ਰੇਤੇ ਤੇ ਬਣਾਇਆ ਹੋਇਆ ਗੋਲ ਚੱਕਰ ਮਿਟਾ ਦਿੱਤਾ ਤੇ ਸੱਪ ਚੱਲਦਾ ਹੋਇਆ ਪੱਥਰਾਂ ਵਿੱਚ ਗੁੰਮ ਹੋ ਗਿਆ। ਮੁੰਡੇ ਨੂੰ ਉਸ ਸ਼ੀਸ਼ੇ ਦੇ ਵਪਾਰੀ ਦਾ ਚੇਤਾ ਆਇਆ ਜਿਹੜਾ ਮੱਕੇ ਜਾਣਾ ਚਾਹੁੰਦਾ ਸੀ ਅਤੇ ਉਸ ਅੰਗਰੇਜ਼ ਦਾ ਜਿਹੜਾ ਤਾਨਸਾਜ ਨੂੰ ਲੱਭਣਾ ਚਾਹੁੰਦਾ ਸੀ। ਉਸਨੇ ਉਸ ਔਰਤ ਬਾਰੇ ਸੋਚਿਆ ਜਿਸ ਦਾ ਮਾਰੂਥਲ ਵਿੱਚ ਵਿਸ਼ਵਾਸ ਸੀ ਅਤੇ ਉਸਨੇ ਮਾਰੂਥਲ ਵੱਲ ਨੂੰ ਵੇਖਿਆ ਜਿਸ ਨੇ ਉਸਨੂੰ ਉਸ ਔਰਤ ਤੱਕ ਲੈ ਆਂਦਾ ਸੀ ਜਿਸ ਨੂੰ ਉਹ ਪਿਆਰ ਕਰਦਾ ਸੀ। ਉਹ ਆਪਣੇ ਘੋੜਿਆਂ ਤੇ ਸਵਾਰ ਹੋਏ ਅਤੇ ਇਸ ਵਾਰੀ ਤਾਨਸਾਜ ਅੱਗੇ ਚੱਲਿਆ ਅਤੇ ਮੁੰਡਾ ਉਸਦੇ ਮਗਰ। ਹਵਾ ਨਖਲਿਸਤਾਨ ਦੀਆਂ ਆਵਾਜ਼ਾਂ ਨੂੰ ਉਹਨਾਂ ਤੱਕ ਲਿਆ ਰਹੀ ਸੀ ਅਤੇ ਮੁੰਡੇ ਨੇ ਇਹਨਾਂ ਵਿੱਚੋਂ ਫਾਤਮਾ ਦੀ ਆਵਾਜ਼ ਪਛਾਣਨ ਦੀ ਕੋਸ਼ਿਸ਼ ਕੀਤੀ। ਪਰ ਉਸ ਰਾਤ ਜਦੋਂ ਉਹ ਗੋਲ ਦਾਇਰੇ ਦੇ ਅੰਦਰ ਫਨੀਅਰ ਸੱਪ ਨੂੰ ਦੇਖ ਰਿਹਾ ਸੀ ਤਾਂ ਉਸਨੂੰ ਚੇਤੇ ਆਇਆ ਕਿ ਆਪਣੇ ਮੋਢੇ ਤੇ ਬਾਜ਼ ਬਿਠਾਉਣ ਵਾਲੇ ਅਜੀਬ ਘੋੜਸਵਾਰ ਨੇ ਪਿਆਰ ਅਤੇ ਖਜ਼ਾਨੇ ਬਾਰੇ, ਮਾਰੂਥਲ ਦੀਆਂ ਔਰਤਾਂ ਬਾਰੇ ਅਤੇ ਉਸਦੀ ਹੋਣੀ ਬਾਰੇ ਗੱਲਾਂ ਕੀਤੀਆਂ। ਮੈਂ ਤੇਰੇ ਨਾਲ ਜਾ ਰਿਹਾ ਹਾਂ, ਮੁੰਡੇ ਨੇ ਕਿਹਾ ਅਤੇ ਉਸਦੇ ਦਿਲ ਵਿੱਚ ਇੱਕਦਮ ਸ਼ਾਂਤੀ ਆ ਗਈ। ਅਸੀਂ ਕੱਲ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਰਵਾਨਾ ਹੋਵਾਂਗੇ, ਤਾਨਸਾਜ ਨੇ ਜਵਾਬ ਦਿੱਤਾ।